Hello guys, welcome to GK Pathshala. Welcome again. Today we are going to learn Cartesian product. ਇੱਕ ਸੈਟ ਇਹਦਾ ਫਸਟ ਪਾਰਟ ਆਪਾਂ ਸੈਟ ਦਾ ਕੱਲ ਕਰ ਚੁੱਕੇ ਹਾਂ। ਹੁਣ ਇਸ ਤੋਂ ਬਾਅਦ ਆਪਾਂ ਅੱਗੇ ਕੰਟੀਨਿਊ ਕਰਾਂਗੇ ਤੇ ਅੱਜ ਕੁਛ ਕੁ ਆਪਾਂ MCQ ਵੀ ਸੋਲਵ ਕਰਾਂਗੇ। ਇਹ ਬਹੁਤ ਮਾਸਟਰ ਕੈਡਰ ਲਈ ਬਹੁਤ ਇੰਪੋਰਟੈਂਟ ਨੇ ਤੇ JEE ਮੇਨਸ ਲਈ ਵੀ। ਸਭ ਤੋਂ ਪਹਿਲਾਂ ਕਾਰਟੀਜ਼ਨ ਪ੍ਰੋਡਕਟ। ਕਾਰਟੀਜ਼ਨ ਪ੍ਰੋਡਕਟ ਕੀ ਹੁੰਦੀ ਹੈ ਉਹ ਦੇਖਾਂਗੇ ਆਪਾਂ ਇਸ ਵਿੱਚ। ਦੇਖੋ ਕਾਰਟੀਜ਼ਨ ਪ੍ਰੋਡਕਟ ਵਿੱਚ ਕੀ ਹੁੰਦਾ, ਜਿਵੇਂ ਆਪਾਂ ਦੋ ਸੈੱਟ ਲੈ ਰਹੇ ਹਾਂ। ਇੱਕ ਤਾਂ ਲੈ ਰਹੇ ਆਪਾਂ A ਸੈੱਟ ਦੇ ਵਿੱਚ ਕੀ ਹੈ x ਐਲੀਮੈਂਟਸ ਨੇ, x ਬਿਲੋਂਗਸ ਟੂ R ਰੀਅਲ ਨੰਬਰਸ। ਅਤੇ ਇੱਕ B ਸੈੱਟ ਹੈ, B ਸੈੱਟ ਦੇ ਵਿੱਚ ਲੈ ਰਹੇ ਆਪਾਂ y ਐਲੀਮੈਂਟਸ, y ਬਿਲੋਂਗਸ ਟੂ R ਰੀਅਲ ਨੰਬਰਸ। ਠੀਕ ਹੈ, ਜਦੋਂ ਇਸ ਵਿੱਚ ਆਪਾਂ ਇਹਦੀ ਕਾਰਟੀਜ਼ਨ ਪ੍ਰੋਡਕਟ ਲਵਾਂਗੇ ਉਸ ਵਿੱਚ ਕੀ ਹੁੰਦਾ A ਕ੍ਰੋਸ B 'ਚ ਇਹ ਕਿਹਦੇ ਇਕੁਅਲ ਆ ਜਾਂਦਾ x y ਦੇ ਇਕੁਅਲ ਆ ਜਾਂਦਾ। ਅਤੇ ਇਹਦੇ ਵਿੱਚ ਕੀ ਇਹ ਰਿਲੇਸ਼ਨ ਕਿਹਨੂੰ ਬਿਲੋਂਗ ਕਰਨਾ ਚਾਹੀਦਾ, ਰੀਅਲ ਨੰਬਰਸ ਨੂੰ ਬਿਲੋਂਗ ਕਰਨਾ ਚਾਹੀਦਾ ਹੁੰਦਾ। ਠੀਕ ਹੈ, ਕਾਰਟੀਜ਼ਨ ਪ੍ਰੋਡਕਟ ਨੂੰ ਇਸ ਤਰ੍ਹਾਂ ਆਪਾਂ ਸੋਲਵ ਕਰਦੇ ਹਾਂ। ਆਪਾਂ ਇੱਕ ਐਗਜ਼ਾਮਪਲ ਦੇ ਥਰੂ ਸਮਝ ਸਕਦੇ ਹਾਂ ਇਹਨੂੰ। ਐਗਜ਼ਾਮਪਲ ਕੀ ਹੈ, ਆਪਾਂ ਨੇ ਮੰਨ ਲਓ ਇੱਕ A ਸੈੱਟ ਹੈ। A ਸੈੱਟ ਵਿੱਚ ਕਿਹੜੇ ਐਲੀਮੈਂਟ ਹੈ 1 2 ਅਤੇ 3। ਅਤੇ ਆਪਾਂ ਲਵੇ ਇੱਕ B ਸੈੱਟ ਹੈ, B ਸੈੱਟ ਵਿੱਚ ਕਿਹੜੇ ਐਲੀਮੈਂਟਸ ਨੇ A ਅਤੇ B। ਹੁਣ ਮੰਨ ਲਓ ਆਪਾਂ ਇਹਨਾਂ ਦੀ ਕਾਰਟੀਜ਼ਨ ਪ੍ਰੋਡਕਟ ਕਰਨੀ ਹੈ A ਕ੍ਰੋਸ B ਵਿੱਚ। ਦੇਖੋ ਹੁਣ ਕਿਹੜੇ ਐਲੀਮੈਂਟ ਆਉਣਗੇ 1A 1B 2A 2B 3A ਅਤੇ 3B। ਹੁਣ ਇਸ ਵਿੱਚ ਧਿਆਨ ਨਾਲ ਦੇਖੋ, ਜਿਵੇਂ ਆਪਾਂ ਨੇ A 'ਚ ਕੀ ਸੀ, ਨੰਬਰ ਆਫ ਐਲੀਮੈਂਟਸ ਕਿੰਨੇ ਸੀ 3 ਸੀ, ਅਤੇ B 'ਚ ਨੰਬਰ ਆਫ ਐਲੀਮੈਂਟਸ ਕਿੰਨੇ ਸੀ 2। ਠੀਕ ਹੈ, ਅਤੇ ਆਪਾਂ ਕਾਰਟੀਜ਼ਨ ਪ੍ਰੋਡਕਟਸ ਕਿੰਨੇ ਐਲੀਮੈਂਟਸ ਹੋਣਗੇ ਉਹਨਾਂ ਦੋਨਾਂ ਦੀ ਮਲਟੀਪਲਾਈ 3 × 2 ਕਾਰਟੀਜ਼ਨ ਪ੍ਰੋਡਕਟਸ ਆਪਣੇ ਕਿੰਨੇ ਨੰਬਰ ਆਫ ਐਲੀਮੈਂਟਸ ਕਿੰਨੇ ਬਣਨਗੇ 6। ਠੀਕ ਹੈ, ਇਸ ਤਰ੍ਹਾਂ ਹੀ ਕਾਰਟੀਜ਼ਨ ਪ੍ਰੋਡਕਟ ਆਪਾਂ ਸੋਲਵ ਕਰ ਸਕਦੇ ਹਾਂ। ਓਕੇ, ਨੈਕਸਟ ਵਨ ਕੀ ਹੈ ਕਾਰਟੀਜ਼ਨ ਪ੍ਰੋਡਕਟਸ ਆਫ ਸੈਟਸ। ਹੁਣ ਇਹਦੇ ਕੁਛ ਇੰਪੋਰਟੈਂਟ ਰਿਜ਼ਲਟ ਨੇ, ਇਹ ਤੁਹਾਨੂੰ ਯਾਦ ਰੱਖਣੇ ਪੈਣਗੇ। ਜਿਵੇਂ ਫਸਟ ਰਿਜ਼ਲਟ ਹੈ A ਕ੍ਰੋਸ B ਨੋਟ ਇਕੁਅਲ ਟੂ B ਕ੍ਰੋਸ A। ਇਸ ਵਿੱਚ ਕੀ ਹੈ ਅਰੇਂਜਮੈਂਟ ਚੇਂਜ ਹੋ ਜਾਂਦੀ ਹੈ, ਇਸ ਕਰਕੇ ਇਹ ਕਦੇ ਵੀ ਇਕੁਅਲ ਨਹੀਂ ਹੁੰਦੇ। ਅਤੇ A ਮਲਟੀਪਲਾਈ A ਕ੍ਰੋਸ 5 ਇਜ਼ ਇਕੁਅਲ ਟੂ 5 ਕ੍ਰੋਸ A ਹਮੇਸ਼ਾ Q 5 ਨਲ ਸੈੱਟ ਹੈ। ਕਿਸੇ ਸੈੱਟ ਦੀ ਆਪਾਂ ਨਲ ਸੈੱਟ ਨਾਲ ਕਾਰਟੀਜ਼ਨ ਪ੍ਰੋਡਕਟ ਲੈ ਰਹੇ ਹਾਂ, ਉਹ Q ਨਲ ਸੈੱਟ U। ਸਭ ਤੋਂ ਇੰਪੋਰਟੈਂਟ ਕੀ ਇਹਦੇ ਵਿੱਚ ਥਰਡ ਰਿਜ਼ਲਟ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਥਰਡ ਰਿਜ਼ਲਟ ਆਪਾਂ ਧਿਆਨ ਨਾਲ ਕਰਨਾ NA ਕ੍ਰੋਸ B ਇਜ਼ ਇਕੁਅਲ ਟੂ NA ਮਲਟੀਪਲਾਈ ਬਾਈ NB। ਜਿਹੜਾ ਆਪਾਂ ਹੁਣੀ ਕਰਕੇ ਹਟੇ ਸੀ ਵੀ ਨੰਬਰ ਆਫ ਐਲੀਮੈਂਟਸ ਜਿਹੜੇ A ਨੇ ਮਲਟੀਪਲਾਈ ਬਾਈ ਨੰਬਰ ਆਫ ਐਲੀਮੈਂਟਸ ਇਨ B ਇਜ਼ ਇਕੁਅਲ ਟੂ ਨੰਬਰ ਆਫ ਐਲੀਮੈਂਟਸ ਇਨ A ਕ੍ਰੋਸ B। ਕਾਰਟੀਜ਼ਨ ਪ੍ਰੋਡਕਟ ਦੇ ਨੰਬਰ ਆਫ ਐਲੀਮੈਂਟਸ ਕੱਢਣ ਲਈ ਆਪਾਂ ਨੂੰ ਇਕੱਲੇ ਸੈੱਟ ਦੇ ਨੰਬਰ ਆਫ ਐਲੀਮੈਂਟਸ ਨੂੰ ਮਲਟੀਪਲਾਈ ਕਰਨੀ ਪਊ। ਫੋਰਥ ਪ੍ਰੋਪਰਟੀ ਹੈ ਇਫ A ਇਜ਼ ਸਬਸੈਟ ਆਫ B ਦੈਨ A ਕ੍ਰੋਸ C ਇਜ਼ ਸਬਸੈਟ ਆਫ B ਕ੍ਰੋਸ C। ਇਹ ਓਬੀਅਸ ਆਪਾਂ ਕੀ ਕੀਤਾ ਇਹਦੇ ਵਿੱਚ, ਹੁਣ ਦੇਖੋ A ਕੀ ਸੀ ਸਬਸੈਟ ਸੀ, A ਸਬਸੈਟ ਸੀ B ਦਾ, ਅਤੇ ਦੋਨੋਂ ਸਾਈਡ ਦੀ ਕਾਰਟੀਜ਼ਨ ਪ੍ਰੋਡਕਟ ਲੈਣੀ ਸੀ ਨਾ, ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ, ਦੋਨੋਂ ਰਿਜ਼ਲਟ ਸੇਮ ਰਹਿਣਗੇ। ਫਿਫਥ ਵਨ ਕੀ ਹੈ A ਕ੍ਰੋਸ B ਯੂਨੀਅਨ C। ਯੂਨੀਅਨ 'ਚ ਲੈਂਦੇ ਹੋ ਤਾਂ ਉਹ ਕਿਹਦੇ ਇਕੁਅਲ A ਕ੍ਰੋਸ B ਯੂਨੀਅਨ A ਕ੍ਰੋਸ C। ਅਸੀਂ A ਕ੍ਰੋਸ B ਇੰਟਰਸੈਕਸ਼ਨ C ਹੋਵੇ ਤਾਂ ਇਜ਼ ਇਕੁਅਲ ਟੂ A ਕ੍ਰੋਸ B ਇੰਟਰਸੈਕਸ਼ਨ A ਕ੍ਰੋਸ C। A ਕ੍ਰੋਸ B ਮਾਈਨਸ C ਹੋਵੇ A ਕ੍ਰੋਸ B ਮਾਈਨਸ A ਕ੍ਰੋਸ C। ਅਤੇ ਇਸ ਤੋਂ ਬਾਅਦ ਆ ਗਿਆ 6th ਵਨ ਰਿਜ਼ਲਟ ਆਪਣਾ A ਸਬਸੈਟ ਆਫ B ਐਂਡ C ਸਬਸੈਟ ਆਫ D। ਹੁਣ ਦੇਖੋ ਦੋਨੋਂ ਇਕੁਏਸ਼ਨ ਨੂੰ ਆਪਾਂ ਜੇ ਮਲਟੀਪਲਾਈ ਕਰਦੇ ਹਾਂ A ਕ੍ਰੋਸ C, ਇਹ ਵੀ ਕੀ ਹੋਊਗਾ ਸਬਸੈਟ ਹੋਊ B ਕ੍ਰੋਸ D ਦਾ। ਇਹ ਤੋਂ ਕਿਹੜੇ ਰਿਜ਼ਲਟ ਬਣਦੇ ਆ, ਇਹ ਤੋਂ ਫਿਰ ਆਪਣੇ ਦੋ ਰਿਜ਼ਲਟ ਬਣ ਜਾਂਦੇ ਆ। ਜਿਵੇਂ A ਕ੍ਰੋਸ B ਯੂਨੀਅਨ C ਕ੍ਰੋਸ D, ਇਹ ਕਿਹਦਾ ਸਬਸੈਟ ਹੋਊ A ਯੂਨੀਅਨ C ਕ੍ਰੋਸ B ਯੂਨੀਅਨ D ਦਾ। ਅਤੇ A ਕ੍ਰੋਸ B ਇੰਟਰਸੈਕਸ਼ਨ C ਕ੍ਰੋਸ D ਕਿਹਦੇ ਇਕੁਅਲ ਹੋਊ A ਇੰਟਰਸੈਕਸ਼ਨ C ਕ੍ਰੋਸ B ਇੰਟਰਸੈਕਸ਼ਨ D। ਨੈਕਸਟ ਵਨ ਹੁਣ ਕਰਨ ਜਾ ਰਹੇ ਆਪਾਂ MCQ ਸੋਲਵ ਕਰਨ। ਹੁਣ ਦੇਖੋ ਇਹਦੇ ਵਿੱਚ ਕੀ ਆਪਾਂ ਨੂੰ 2 ਫਾਈਨਾਈਟ ਸੈਟਸ ਹੈਵ M ਐਂਡ ਐਲੀਮੈਂਟਸ। ਆਪਣੇ ਇਸ ਵਿੱਚ ਕੀ ਹੈ 2 ਫਾਈਨਾਈਟ ਸੈੱਟ ਦਿੱਤੇ ਹੋਏ ਆ। ਮੰਨ ਲਓ ਇੱਕ A ਸੈੱਟ ਹੈ, A ਸੈੱਟ ਦੇ ਵਿੱਚ ਕਿੰਨੇ ਨੰਬਰ ਆਫ ਐਲੀਮੈਂਟਸ ਕਿੰਨੇ ਨੇ M, ਅਤੇ B ਸੈੱਟ ਗਿਵਨ ਆਪਾਂ ਲਵੇ A 'ਚ ਨੰਬਰ ਆਫ ਐਲੀਮੈਂਟਸ ਕਿੰਨੇ ਗਿਵਨ ਨੇ ਆਪਾਂ ਨੂੰ N। ਟੋਟਲ ਨੰਬਰ ਆਫ ਸਬਸੈਟਸ
ਟੋਟਲ ਨੰਬਰ ਆਫ ਸਬਸੈਟ ਆਫ ਫਸਟ ਸੈਟ ਇਜ਼ 56 ਮੋਰ ਦੈਨ ਦਾ ਟੋਟਲ ਨੰਬਰ। ਹੁਣ ਦੇਖੋ ਨੰਬਰ ਆਫ ਸਬਸੈਟ ਫਾਈਂਡ ਕਰਨ ਦਾ ਫਾਰਮੂਲਾ ਕੀ ਹੁੰਦਾ, ਜਦ ਕਿਸੇ 'ਚ ਵੀ ਨੰਬਰ ਆਫ ਸਬਸੈਟ ਕੱਢਣੇ ਹੋਣ ਉਹਦਾ ਫਾਰਮੂਲਾ ਹੁੰਦਾ ਹੈ 2 ਦੀ ਰੇਸ ਟੂ ਪਾਵਰ n ਕੀ ਹੈ 'ਚ ਨੰਬਰ ਆਫ ਐਲੀਮੈਂਟਸ ਜਿਹੜੇ ਸੈੱਟ 'ਚ ਨੰਬਰ ਆਫ ਐਲੀਮੈਂਟਸ ਹੋਣਗੇ। ਠੀਕ ਹੈ, ਇਹਦੇ ਆਪਸ਼ਨ ਨੇ, ਤੁਸੀਂ ਟਰਾਈ ਜ਼ਰੂਰ ਕਰਿਓ, ਫਿਰ ਆਨਸਰ ਜ਼ਰੂਰ ਦੇ ਸਕਦੇ ਹੋ। ਹੁਣ ਆਨਸਰ ਦੇਖੋ ਆਪਾਂ ਕਿਵੇਂ ਕੱਢਿਆ। ਹੁਣ ਦੇਖੋ ਲੈਟ A ਹੈਜ਼ m ਐਲੀਮੈਂਟਸ, ਲੈਟ B ਹੈਜ਼ n ਐਲੀਮੈਂਟਸ। ਇਹ ਆਪਾਂ ਨੂੰ ਗਿਵਨ ਸੀ। ਟੋਟਲ ਨੰਬਰ ਆਫ ਸਬਸੈਟ A 'ਚ ਕਿੰਨੇ ਹੋਣਗੇ 2 ਰੇਸ ਟੂ ਪਾਵਰ m। ਟੋਟਲ ਨੰਬਰ ਆਫ ਸਬਸੈਟਸ ਆਫ B 2 ਰੇਸ ਟੂ ਪਾਵਰ n। ਅਤੇ ਆਪਾਂ ਨੂੰ ਕੀ ਗਿਵਨ ਹੈ, ਕਹਿੰਦੇ ਇੱਕ ਸਬਸੈਟ ਦੂਸਰੇ ਨਾਲੋਂ 56 ਮੋਰ ਦੈਨ ਹੈ। ਇਸ ਲਈ ਜਦੋਂ ਆਪਾਂ ਦੋਨੋਂ ਮਾਈਨਸ ਕਰਾਂਗੇ ਤਾਂ ਇਕੁਅਲ ਟੂ ਕਿੰਨੇ ਆ ਜਾਊਗਾ ਉਹ 56। ਹੁਣ ਇਹਨੂੰ ਕਿਵੇਂ ਕੀਤਾ ਆਪਾਂ, ਇਹਦੇ ਵਿੱਚ ਆਪਾਂ 2 ਰੇਸ ਟੂ ਪਾਵਰ n ਕਾਮਨ ਕੱਢ ਲਿਆ। 2 ਰੇਸ ਟੂ ਪਾਵਰ n ਜੋ ਕਾਮਨ ਕੱਢਿਆ, ਅੰਦਰ ਕੀ 2 ਰੇਸ ਟੂ ਪਾਵਰ m ਮਾਈਨਸ n ਮਾਈਨਸ 1 ਇਜ਼ ਇਕੁਅਲ ਟੂ 56। ਠੀਕ ਹੈ, ਹੁਣ ਦੇਖੋ 2 ਦੀ ਰੇਸ ਟੂ ਪਾਵਰ n ਇਜ਼ ਇਕੁਅਲ ਟੂ ਈਵਨ ਹੈ ਅਤੇ ਇਜ਼ ਇਕੁਅਲ ਟੂ 0। ਹੁਣ ਇਹਦੇ ਵਿੱਚ ਦੇਖੋ ਹੁਣ 56 ਦੇ ਆਪਾਂ ਫੈਕਟਰ ਬਣਾ ਲਾਂਗੇ। ਜੇ ਆਪਾਂ 56 ਦੇ ਫੈਕਟਰ ਬਣਾਉਣੇ ਆ ਐਲਸੀਐਮ ਮੈਥਡ ਨਾਲ, ਤਾਂ ਉਹਦੇ ਫੈਕਟਰ ਕਿਵੇਂ 2 28 2 14 2 7 7 ਅਤੇ 1 2 ਦੂਣੀ 4 ਦੂਣੀ 8 8 ਮਲਟੀਪਲਾਈ ਬਾਏ 7 ਕੀ ਬਣ ਗਏ ਇਹਦੇ ਫੈਕਟਰ ਬਣ ਗਏ। ਹੁਣ 8 ਨੂੰ ਕੀ ਲਿਖ ਸਕਦਾ ਮੈਂ 2 ਰੇਸ ਟੂ ਪਾਵਰ 3 ਲਿਖ ਸਕਦਾ ਇਸੇ ਹੀ ਤਰ੍ਹਾਂ, ਅਤੇ 7 ਨੂੰ ਕੀ ਲਿਖ ਸਕਦੇ ਆਪਾਂ 2 ਰੇਸ ਟੂ ਪਾਵਰ 3 ਮਾਈਨਸ 1। ਜਦੋਂ ਇਸ ਨੂੰ ਆਪਾਂ ਕੰਪੇਅਰ ਕਰਾਵਾਂਗੇ n ਦੀ ਵੈਲਿਊ ਤਾਂ ਕਿੰਨੀ ਆ ਗਈ 3। ਦੇਖੋ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ, ਜਦੋਂ ਉਰੋਂ ਆਪਾਂ n ਦੀ ਵੈਲਿਊ ਕੰਪੇਅਰ ਕਰਾਈ ਤਾਂ n ਦੀ ਵੈਲਿਊ ਤਾਂ 3 ਆ ਗਈ, ਅਤੇ ਹੁਣ ਅਸੀਂ m ਮਾਈਨਸ n ਨੂੰ ਕੰਪੇਅਰ ਕਰਾਵਾਂਗੇ n ਦੀ ਵੈਲਿਊ ਉਹਦੇ ਵਿੱਚ ਪੁੱਟ ਕਰਤੀ ਆਪਾਂ, m ਦੀ ਵੈਲਿਊ ਕਿੰਨੀ ਆ ਗਈ ਆਪਣੀ 6। ਸੋ ਨੰਬਰ ਆਫ ਐਲੀਮੈਂਟਸ ਇਨ A ਸੈਟ ਇਜ਼ 3 ਐਂਡ ਨੰਬਰ ਆਫ ਐਲੀਮੈਂਟਸ ਇਨ ਸੈਟ B ਇਜ਼ 6। ਓਕੇ, ਨੈਕਸਟ ਸਮ, ਇਹਦਾ ਆਨਸਰ ਕੀ ਆ ਜੂ ਆਪਣਾ 6 ਐਂਡ 3। ਨੈਕਸਟ ਕੁਐਸਚਨ ਆਪਣੇ ਲਵੇ ਇੱਕ A ਫੰਕਸ਼ਨ ਦਿੱਤਾ, ਇੱਕ B ਦਿੱਤਾ ਹੋਇਆ। A ਵਿੱਚ ਕੀ ਹੈ ਥੀਟਾ, ਕਹਿੰਦੇ ਟੈਨ ਥੀਟਾ ਪਲੱਸ ਸੀਕੈਂਟ ਥੀਟਾ ਇਜ਼ ਇਕੁਅਲ ਟੂ √2 ਸੀਕੈਂਟ ਥੀਟਾ, ਅਤੇ B ਵੀ ਕੀ ਆਪਣੇ ਲਵੇ B 2 ਸੈਟਸ ਦੈਨ। ਆਪਾਂ ਇਹਨਾਂ ਵਿੱਚੋਂ ਰਿਜ਼ਲਟ ਸ਼ੋਅ ਕਰਨਾ ਵੀ A ਇਜ਼ ਇਕੁਅਲ ਟੂ B ਹੋ ਸਕਦਾ ਹੈ, A ਸਬਸੈਟ ਆਫ B, A ਨੋਟ ਇਕੁਅਲ ਟੂ B ਜਾਂ B ਸਬਸੈਟ ਆਫ B। ਹੁਣ ਇਹਨੂੰ ਧਿਆਨ ਨਾਲ ਦੇਖੋ ਆਪਾਂ ਕਿਵੇਂ ਕਰਾਂਗੇ ਸੋਲਵ। ਸਭ ਤੋਂ ਪਹਿਲਾਂ ਕੀ ਹੈ ਟੈਨ ਥੀਟਾ ਪਲੱਸ ਸੀਕੈਂਟ ਥੀਟਾ, ਕਿਹਦੇ ਕੋਲ ਗਿਵਨ ਆਪਾਂ ਨੂੰ √2 ਸੀਕੈਂਟ ਥੀਟਾ ਗਿਵਨ ਹੈ। ਇਹਦੇ ਵਿੱਚ ਕੀ ਹੈ ਤੁਸੀਂ ਟੈਨ ਸਾਰੀ ਇਕੁਏਸ਼ਨ ਨੂੰ ਖੋਲ੍ਹ ਸਕਦੇ ਹੋ, ਖੋਲ੍ਹ ਕੇ ਸੋਲਵ ਕਰਨਾ ਪਊ ਤੁਹਾਨੂੰ। ਜਿਵੇਂ ਟੈਨ ਹੈ, ਟੈਨ ਨੂੰ ਕੀ ਲਿਖ ਸਕਦੇ ਆਪਾਂ ਸਾਈਨ ਅਪੋਨ ਕੋਸ ਲਿਖ ਸਕਦੇ ਹਾਂ ਇਹਨੂੰ ਆਪਾਂ, ਸਾਈਨ ਅਪੋਨ ਕੋਸ। ਠੀਕ ਹੈ, ਅਸੀਂ ਪਲੱਸ ਸੀਕੈਟ ਨੂੰ ਕੀ ਲਿਖ ਸਕਦੇ ਹਾਂ 1 ਅਪੋਨ ਕੋਸ ਥੀਟਾ, ਪੂਰੇ ਥੀਟਾ ਜੋ ਆਪਣੇ ਕੋਲੇ, ਅਤੇ ਇਜ਼ ਇਕੁਅਲ ਟੂ ਕੀ ਹੈ ਇਹ √2 1 ਅਪੋਨ ਕੋਸ ਥੀਟਾ। ਸੋਰੀ ਥੋੜ੍ਹੀ ਰਾਈਟਿੰਗ ਗੰਦੀ ਹੋ ਰਹੀ ਆ, ਮੈਨੂੰ ਦੇਖਣਾ ਪਊ ਤੁਹਾਨੂੰ। ਅਤੇ ਇਸ ਵਿੱਚ ਕੀ ਹੈ ਹੁਣ ਕੋਸ ਥੀਟਾ ਆਪਾਂ ਕੀ ਕਰਾਂਗੇ ਸਾਰਿਆਂ ਦਾ ਕਾਮਨ ਕਰਕੇ ਕੈਂਸਲ ਹੋ ਜੂਗਾ, ਆਪਣੇ ਵੀ ਕੀ ਬਚ ਗਿਆ ਸਾਈਨ ਥੀਟਾ ਪਲੱਸ 1 ਇਜ਼ ਇਕੁਅਲ ਟੂ √2 ਅਤੇ ਪਲੱਸ 1 ਉੱਧਰ ਕੀ ਹੋ ਜੂ ਮਾਈਨਸ ਦਾ। ਅਸੀਂ ਸੈਕਿੰਡ ਰਿਜ਼ਲਟ ਤੋਂ ਵੀ ਆਪਾਂ ਓਪਨ ਕਰਕੇ ਟੈਨ ਥੀਟਾ ਨੂੰ ਲਿਖ ਲਾਂਗੇ ਸਾਈਨ ਥੀਟਾ ਅਪੋਨ ਕੋਸ ਥੀਟਾ, ਸੀਕੈਂਡ ਥੀਟਾ ਕਿਹਦਾ ਇਨਵਰਸ ਹੁੰਦਾ 1 ਅਪੋਨ ਕੋਸ ਥੀਟਾ। ਠੀਕ ਹੈ, ਉਹਦੇ ਲਈ ਸਾਈਨ ਥੀਟਾ ਦੀ ਵੈਲਿਊ ਆਪਣੇ ਨੂੰ ਆ ਜੂਗੀ। ਹੁਣ ਜਦੋਂ ਆਪਾਂ ਦੋਨੋਂ ਇਕੁਏਸ਼ਨ ਨੂੰ ਸੋਲਵ ਕਰਾਂਗੇ, 2 ਇਕੁਏਸ਼ਨਸ ਬਣ ਗਏ ਆਪਣੇ ਲਵੇ ਉਰੋਂ, ਇੱਕ ਆਹ ਇਕੁਏਸ਼ਨ ਬਣ ਗਈ, ਇੱਕ ਆਹ ਇਕੁਏਸ਼ਨ ਬਣ ਗਈ, ਦੋਨਾਂ ਨੂੰ ਸੋਲਵ ਕਰਾਂਗੇ ਆਪਣੇ ਲਵੇ ਕੀ ਰਿਜ਼ਲਟ ਆ ਜੂ A ਇਜ਼ ਇਕੁਅਲ ਟੂ B। ਸੋ ਇਟਸ ਆਨਸਰ ਇਜ਼ ਫਸਟ ਆਪਸ਼ਨ A ਇਜ਼ ਇਕੁਅਲ ਟੂ B। ਨਾਓ ਨੈਕਸਟ ਕੁਐਸਚਨ, ਹੁਣ ਇਸ ਵਿੱਚ ਦੇਖੋ ਧਿਆਨ ਨਾਲ, ਇਫ ਸੈਟ A ਇਜ਼ ਇੰਪਟੀ ਸੈਟ ਦੈਨ ਐਂਡ ਪਾਵਰ ਸੈਟ ਆਫ ਪਾਵਰ ਸੈਟ ਆਫ ਪਾਵਰ ਸੈਟ ਆਫ A। ਪਾਵਰ ਸੈਟ ਆਫ A 'ਚ ਕੀ ਹੈ, ਇਹ 'ਚ ਆਪਾਂ ਟੋਟਲ ਨੰਬਰ ਆਫ ਸੈਟਸ ਆ ਜਾਂਦੇ ਆ, ਜਿਵੇਂ ਦੱਸਿਆ ਸੀ ਨਾ ਆਪਾਂ ਵੀ ਇੱਕ ਕੀ ਹੁੰਦਾ ਸਬਸੈਟ ਹੁੰਦਾ, ਦੂਸਰਾ ਕੀ ਹੁੰਦਾ ਸੁਪਰ ਸੈਟ ਹੁੰਦਾ। ਉਸ ਵਿੱਚ ਆਪਾਂ ਹੁਣ ਪਾਵਰ ਸੈਟਸ ਵੀ ਕੀ ਹੁੰਦਾ, ਇਹ 'ਚ ਆਪਾਂ ਟੋਟਲ ਨੰਬਰ ਆਫ ਸਬਸੈਟ ਕੱਢਣੇ ਹੁੰਦੇ ਆ। ਜੇ ਮੰਨ ਲਓ ਹੁਣ ਇਹਨਾਂ ਨੇ ਕੀ ਕਿਹਾ ਕਿ ਨਲ ਸੈੱਟ ਹੈ, ਆਹ ਕੀ ਹੋ ਗਿਆ ਆਪਣੇ ਲਈ ਇੱਕ ਨਲ ਸੈੱਟ ਹੋ ਗਿਆ। ਠੀਕ ਹੈ, A ਸੈੱਟ ਲੈ ਲਿਆ ਆਪਾਂ, ਇਹ ਲੈਟ ਕਰ ਲਿਆ। ਠੀਕ ਹੈ, ਹੁਣ ਇਹਦੇ ਪਾਵਰ ਸੈੱਟ ਕੱਢੋਗੇ, ਇਹਦੇ ਵਿੱਚ ਕੋਈ ਐਲੀਮੈਂਟ ਨਹੀਂ ਹੈਗਾ। ਪਾਵਰ ਸੈੱਟ ਆਫ A, ਪਾਵਰ ਸੈੱਟ ਆਫ A ਕੱਢੋਗੇ ਤਾਂ ਉਹਦੇ ਵਿੱਚ ਕੀ ਆ ਜੂਗਾ 2 ਰੇਸ ਟੂ ਪਾਵਰ 0, 2 ਰੇਸ ਟੂ ਪਾਵਰ 0 ਕਿਹਦੇ ਕੋਲ ਆ ਜੂਗਾ 1 ਦੇ। ਹੁਣ ਇਹਦਾ ਫੇਰ ਲੈ ਲਓ ਪਾਵਰ ਸੈੱਟ ਆਫ A। ਹੁਣ ਇਹਦੇ ਵਿੱਚ ਨੰਬਰ ਆਫ ਸਬਸੈਟ ਕਿੰਨੇ ਨੇ 1 ਨੇ, ਤਾਂ ਇਹਦੇ ਵਿੱਚ ਕੀ ਆ ਜੂ 2 ਰੇਸ ਟੂ ਪਾਵਰ 1, ਮਤਲਬ ਇਹ 'ਚ ਪਾਵਰ ਸੈਟਸ ਕਿੰਨੇ ਹੋਣਗੇ 2। ਹੁਣ ਥਰਡ ਲੈ ਲਓ ਪਾਵਰ ਸੈੱਟ ਆਫ A। ਜੋ ਇਹਦਾ ਪਾਵਰ ਸੈੱਟ ਲਓਗੇ ਹੁਣ ਕਿਆ ਇਹਦੇ ਵਿੱਚ ਕਿੰਨੇ ਸੀ, ਪਹਿਲਾਂ ਵਾਲੇ 'ਚ 2 ਸੀ,
2^2 ਇਹ ਕਿਹਦੇ ਇਕੁਅਲ ਆ ਜਾਊਗਾ 4, ਇਸ ਲਈ ਇਹਦਾ ਆਨਸਰ ਕੀ ਆ ਜਾਊਗਾ 4। ਜਿਵੇਂ ਤੁਸੀਂ ਉਰੇ ਦੇਖ ਹੀ ਸਕਦੇ ਹੋ ਨੰਬਰ ਆਫ ਐਲੀਮੈਂਟਸ ਇਨ ਏ ਕਿੰਨੇ 0, ਪਾਵਰ ਸੈਟ ਦੇ ਕੱਢੇ ਪਹਿਲਾਂ ਆਪਾਂ ਐਲੀਮੈਂਟਸ ਉਹਦੇ 1 ਆ ਗਏ, ਫਿਰ ਇੱਕ ਵਾਰੀ ਹੋਰ ਲਿਆ ਫਿਰ 2 ਆ ਗਏ, ਫਿਰ ਇੱਕ ਵਾਰੀ ਹੋਰ ਲੈ ਲਿਆ ਪਾਵਰ ਸੈਟ ਉਹਦੇ ਕਿੰਨੇ ਆ ਗਏ 4, ਇਸ ਕਰਕੇ ਇਹ 'ਚ ਆਪਣਾ ਆਨਸਰ ਕਿੰਨਾ ਆ ਜਾਊਗਾ 4। ਜੇ ਵਧੀਆ ਲੱਗੇ ਵੀਡੀਓ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰਿਓ ਚੈਨਲ, ਅਤੇ ਅੱਗੇ ਆਪਾਂ ਵੀ ਕੰਟੀਨਿਊ ਕਰਦੇ ਰਹਾਂਗੇ ਅਤੇ ਨਵੀਆਂ ਪੋਸਟਾਂ ਬਾਰੇ ਵੀ ਦੱਸਦੇ ਰਿਹਾ ਕਰਾਂਗੇ ਜਿਹੜੀ ਵੀ ਆਪਾਂ ਨੂੰ ਮਿਲਦੀ ਹੈ ਇਨਫੋਰਮੇਸ਼ਨ, ਠੀਕ ਹੈ। ਅਤੇ ਹੁਣ ਨੈਕਸਟ ਕੁਐਸਚਨ ਦੇਖੋ, ਇਹਦੇ ਵਿੱਚ ਆਪਾਂ ਨੂੰ 3 ਸੈੱਟ ਗਿਵਨ ਨੇ S1 S2 ਅਤੇ S3 ਅਲੱਗ-ਅਲੱਗ ਐਲੀਮੈਂਟਸ ਗਿਵਨ ਨੇ। ਕਹਿੰਦੇ ਵਿੱਚ ਆਪਾਂ ਕੀ ਦੱਸਣਾ, ਨੰਬਰ ਆਫ ਐਲੀਮੈਂਟ ਦੱਸਣਾ ਇਨ S1 × S2 ਯੂਨੀਅਨ S1 × S3। ਹੁਣ ਇਹਦੇ ਵਿੱਚ ਦੇਖੋ ਧਿਆਨ ਨਾਲ, ਸਭ ਤੋਂ ਪਹਿਲਾਂ ਕਿ ਆਪਾਂ ਨੂੰ ਕਾਰਟੀਜ਼ਨ ਪ੍ਰੋਡਕਟ ਸੋਲਵ ਕਰਨੀ ਪਊ, S1 ਅਤੇ S2 ਸੈੱਟ ਨੂੰ ਕਾਰਟੀਜ਼ਨ ਪ੍ਰੋਡਕਟ ਸੋਲਵ ਕਰਨੀ, ਬਾਅਦ 'ਚੋਂ ਹੀ ਲੈਣੀ ਆਪਾਂ ਉਹਨਾਂ ਦੀ ਯੂਨੀਅਨ, ਫਿਰ S1 × S3 ਇਹਨਾਂ ਦੋਨਾਂ ਦੀ ਕਾਰਟੀਜ਼ਨ ਪ੍ਰੋਡਕਟ ਲੈਣੀ ਪਊ। ਹੁਣ ਦੇਖੋ ਇਹਨੂੰ ਕਿਵੇਂ ਸੋਲਵ ਕਰਾਂਗੇ। ਸਭ ਤੋਂ ਪਹਿਲਾਂ ਦੇਖੋ S1 'ਚ ਕਿੰਨੇ ਨੰਬਰ ਆਫ ਐਲੀਮੈਂਟਸ ਕਿੰਨੇ 20, S2 'ਚ ਨੰਬਰ ਆਫ ਐਲੀਮੈਂਟਸ 4 ਹੈ, ਜੋ ਇਹਨਾਂ ਦੋਨੇ ਮਲਟੀਪਲਾਈ ਕਰਾਂਗੇ ਕਿੰਨੇ ਟੋਟਲ ਐਲੀਮੈਂਟਸ ਕਿੰਨੇ 80 ਆਉਣਗੇ। ਆਪਾਂ ਉਹ ਕੀਤਾ ਸੀ ਜੇ ਸੈੱਟ 'ਚ 2 ਐਲੀਮੈਂਟ ਨੇ ਅਤੇ B ਐਲੀਮੈਂਟ 'ਚ 4 ਨੇ, ਜਦੋਂ ਉਹਨਾਂ ਕਾਰਟੀਜ਼ਨ ਪ੍ਰੋਡਕਟ ਲੈਂਦੇ ਆ ਤਾਂ ਨੰਬਰ ਆਫ ਐਲੀਮੈਂਟਸ ਦੀ ਮਲਟੀਪਲਾਈ ਹੋ ਜਾਂਦੀ ਹੁੰਦੀ ਹੈ। ਅਸੀਂ S1 × S3 'ਚ ਆਪਾਂ ਇਹਨਾਂ ਵਿੱਚ ਕੀ ਹੋ ਜੂ ਕਾਰਟੀਜ਼ਨ ਪ੍ਰੋਡਕਟ ਦੀ ਮਲਟੀਪਲਾਈ ਹੋ ਜੂ, ਦੋਨਾਂ 'ਚ ਕਿੰਨੇ ਆ ਗਏ 80 ਐਲੀਮੈਂਟਸ ਆ ਗਏ। ਬਟ ਇਹਦੇ ਵਿੱਚ ਦੇਖੋ ਧਿਆਨ ਨਾਲ ਤੁਸੀਂ, ਜਿਹੜਾ S2 ਹੈ ਅਤੇ S3 ਹੈ ਇਹ 'ਚ ਕੁਛ ਕੁ ਐਲੀਮੈਂਟਸ ਕਾਮਨ ਵੀ ਹੋਣਗੇ B ਅਤੇ D ਦੇ ਨਾਲ ਦੇ ਐਲੀਮੈਂਟ S2 ਅਤੇ S3 'ਚ, ਇਸ ਕਰਕੇ ਇਹ ਐਲੀਮੈਂਟਸ ਆਪਾਂ ਨੂੰ ਵਿੱਚੋਂ ਮਾਈਨਸ ਵੀ ਕਰਨੇ ਪੈਣਗੇ। ਨੰਬਰ ਆਫ ਕਾਮਨ ਐਲੀਮੈਂਟਸ ਕਿੰਨੇ ਬਣ ਜਾਣਗੇ ਇਹ 'ਚ 20 ਮਲਟੀਪਲਾਈ 2 40, ਕਿਉਂਕਿ B ਐਂਡ D ਆਰ 2 ਕਾਮਨ ਐਲੀਮੈਂਟਸ। ਹੁਣ ਨੰਬਰ ਆਫ ਐਲੀਮੈਂਟ ਟੋਟਲ ਨੰਬਰ ਆਫ ਐਲੀਮੈਂਟਸ ਕਿੰਨੇ ਹੋਣਗੇ ਇਹ 'ਚ ਰਿਲੇਸ਼ਨ 'ਚ 80 + 80 - 40 160 - 40 ਇਜ਼ ਇਕੁਅਲ ਟੂ ਕਿੰਨਾ ਆ ਗਿਆ 120। ਆਪਣਾ ਆਨਸਰ ਕਿੰਨਾ ਆ ਗਿਆ ਸੈਕਿੰਡ ਆਪਸ਼ਨ 120, ਠੀਕ ਹੈ। ਇਸ ਤਰ੍ਹਾਂ ਆਪਾਂ ਕਿਸੇ ਵੀ ਸੈੱਟ ਦੇ ਨੰਬਰ ਆਫ ਐਲੀਮੈਂਟਸ ਸੋਲਵ ਕਰ ਸਕਦੇ ਹਾਂ। ਨੈਕਸਟ ਕੁਐਸਚਨ ਆਪਣਾ ਨੈਕਸਟ ਬਿਲਕੁਲ ਸਿੰਪਲ ਹੈ, ਤਾਂ ਤੁਸੀਂ ਕਰ ਹੀ ਸਕਦੇ ਹੋ। ਜਿਵੇਂ ਦੇਖ A ਕੀ ਹੈ, A ਸੈੱਟ ਗਿਵਨ ਆਪਾਂ ਨੂੰ 2 4, ਅਸੀਂ B ਸੈੱਟ ਗਿਵਨ ਹੈ 3 4 5। ਇਹਨਾਂ ਦੋਨਾਂ ਦੀ ਕੀ ਕਰਨੀ ਹੈ, ਪਹਿਲਾਂ ਤਾਂ ਆਪਾਂ ਇੰਟਰਸੈਕਸ਼ਨ ਕਰਨੀ ਹੈ, ਇੰਟਰਸੈਕਸ਼ਨ ਕਰਕੇ ਬਾਅਦ 'ਚ ਉਹਦੀ ਕਾਰਟੀਜ਼ਨ ਪ੍ਰੋਡਕਟ ਲੈਣੀ ਹੈ A ਯੂਨੀਅਨ B ਨਾਲ। ਹੁਣ ਦੇਖੋ ਇਹਦੇ ਵਿੱਚ ਕਿਵੇਂ ਕਰ ਸਕਦੇ ਹੋ ਤੁਸੀਂ, ਪਹਿਲਾਂ ਇਹਨਾਂ ਦੋਨਾਂ ਦੀ ਇੰਟਰਸੈਕਸ਼ਨ ਕਰ ਲਵਾਂਗੇ ਆਪਾਂ। ਜਦੋਂ A ਇੰਟਰਸੈਕਸ਼ਨ B ਕਰੋਗੇ ਤਾਂ ਆਪਣੇ ਲਵੇ ਰਿਜ਼ਲਟ ਕੀ ਆਊਗਾ 4, ਓਨਲੀ 4 ਐਲੀਮੈਂਟ ਹੈ ਜਿਹੜਾ ਇਹਦੇ ਵਿੱਚ ਕਾਮਨ ਹੈ। ਬਾਅਦ 'ਚੋਂ ਇਹਦੀ ਆਪਾਂ ਕਾਰਟੀਜ਼ਨ ਪ੍ਰੋਡਕਟ ਲੈਣੀ ਹੈ ਕਿਹਦੇ ਨਾਲ A ਯੂਨੀਅਨ B ਨਾਲ। ਜਦੋਂ A ਯੂਨੀਅਨ B ਲਓਗੇ ਤਾਂ ਕੀ ਹੈ ਕਿਹੜੇ ਐਲੀਮੈਂਟ ਆ ਜਾਣਗੇ ਆਪਣੇ ਲਵੇ 2 3 4 5। ਯੂਨੀਅਨ 'ਚ ਕੀ ਕਰਨਾ ਤੁਸੀਂ ਸਾਰੇ ਐਲੀਮੈਂਟਸ ਲੈ ਲਿਆ ਕਰੋ, ਬਟ ਉਹਦੇ ਵਿੱਚ ਕੋਈ ਕਾਮਨ ਐਲੀਮੈਂਟ ਨਹੀਂ ਹੋਣਾ ਚਾਹੀਦਾ। ਅਤੇ ਇੰਟਰਸੈਕਸ਼ਨ 'ਚ ਕੀ ਹੁੰਦਾ ਆਪਾਂ ਸਿਰਫ ਕਾਮਨ ਐਲੀਮੈਂਟਸ ਲੈਣੇ। ਹੁਣ ਦੋਨਾਂ ਦੀ ਕਰਨੀ ਆਪਾਂ ਕਾਰਟੀਜ਼ਨ ਪ੍ਰੋਡਕਟ। ਹੁਣ ਚੈੱਕ ਕਰ ਸਕਦੇ ਹੋ ਤੁਸੀਂ ਕਾਰਟੀਜ਼ਨ ਪ੍ਰੋਡਕਟ ਕਿਵੇਂ ਕਰੋਗੇ। ਹੁਣ ਇਹਦੇ ਵਿੱਚ ਦੇਖ ਲਓ, ਜਿਵੇਂ 4 2 ਪਹਿਲੇ ਨੂੰ ਪਹਿਲੇ ਨਾਲ, ਫਿਰ 4 3, ਆਪਾਂ ਹਰ ਇੱਕ ਐਲੀਮੈਂਟ ਨਾਲ ਸੈੱਟ ਚਾਹੀਦਾ ਆਪਾਂ ਨੂੰ 4 4, ਅਤੇ ਇਸ ਤੋਂ ਬਾਅਦ ਆ ਜਾਊ ਆਪਣਾ 4 5। ਇਹ ਕੀ ਆ ਗਿਆ ਹੁਣ ਆਪਣਾ ਆਨਸਰ ਆ ਗਿਆ। ਅਤੇ ਇਹ 'ਚ ਆਪਸ਼ਨ ਦੇਖ ਸਕਦੇ ਹੋ ਤੁਸੀਂ ਕਿਹੜਾ ਆਨਸਰ ਸੀ ਆਪਣਾ D ਆਨਸਰ ਸਹੀ ਹੋ ਗਿਆ। ਓਕੇ, ਆਨਸਰ ਦੇਖ ਸਕਦੇ ਹੋ ਤੁਸੀਂ ਕਿਵੇਂ ਸੋਲਵ ਕੀਤਾ ਮੈਂ, ਆਪਣਾ ਆਨਸਰ ਆ ਗਿਆ। ਆਨਸਰ ਕੀ ਆ D ਆਪਸ਼ਨ ਕਰੈਕਟ ਆਪਣਾ। ਹੁਣ ਇਸ ਤੋਂ ਬਾਅਦ ਇਹ ਆਪਣਾ ਸੈੱਟ ਇੱਕ ਵਾਰੀ ਕੰਪਲੀਟ ਹੋ ਗਿਆ। ਹੁਣ ਇਸ ਤੋਂ ਬਾਅਦ ਕੀ ਕਰਨ ਜਾ ਰਹੇ ਹਾਂ ਆਪਾਂ ਰਿਲੇਸ਼ਨ ਤੋਂ ਬਾਅਦ ਕਰਾਂਗੇ ਆਪਾਂ ਫੰਕਸ਼ਨ ਵੀ ਸੋਲਵ ਕਰਾਂਗੇ। ਅੱਜ ਆਪਾਂ ਰਿਲੇਸ਼ਨ ਹੀ ਪੂਰਾ ਸੋਲਵ ਕਰਾਂਗੇ, ਠੀਕ ਹੈ। ਸਭ ਤੋਂ ਪਹਿਲਾਂ ਰਿਲੇਸ਼ਨ ਹੁੰਦਾ ਕੀ ਹੈ, ਜਿਵੇਂ A ਐਂਡ B ਆਰ 2 ਸੈਟਸ, ਐਨੀ ਰਿਲੇਸ਼ਨ R ਫਰੋਮ A to B ਇਜ਼ ਅ ਸਬਸੈਟ ਆਫ A × B ਇਫ XY ਬਿਲੋਂਗਸ ਟੂ R। ਜਿਵੇਂ ਉਹੀ ਆਪਾਂ ਸਭ ਤੋਂ ਪਹਿਲਾਂ ਕੀ ਕਾਰਟੀਜ਼ਨ ਪ੍ਰੋਡਕਟ ਲਵਾਂਗੇ, ਉਹਦੀ ਉਹਨਾਂ ਵਿੱਚ ਕੋਈ ਨਾ ਕੋਈ ਰਿਲੇਸ਼ਨ ਹੋਊ ਦੋਨੇ ਸੈਟਸ ਵਿੱਚ, X Y ਨਾਲ ਕਿਵੇਂ ਨਾ ਕਿਵੇਂ ਰਿਲੇਟ ਕਰਦਾ ਹੋਊਗਾ, ਠੀਕ ਹੈ। ਇਹਨੂੰ ਰਿਪਰਜੈਂਟ ਕਿਵੇਂ ਕਰਦੇ ਆਪਾਂ X ਰਿਲੇਟਸ ਟੂ Y ਨਾਲ, ਵੀ X Y ਨਾਲ ਕਿਵੇਂ ਰਿਲੇਟ ਕਰ ਰਿਹਾ। ਜਿਵੇਂ ਕੋਈ ਵੀ ਰਿਲੇਸ਼ਨ ਆਪਾਂ ਨੂੰ ਦਿੱਤਾ ਹੋਇਆ X Y, X ਬਿਲੋਂਗ ਕਰੂਗਾ A ਸੈੱਟ ਨੂੰ, Y ਬਿਲੋਂਗ ਕਰੂਗਾ B, ਠੀਕ ਹੈ। ਮਤਲਬ ਪਹਿਲਾ ਐਲੀਮੈਂਟ ਪਹਿਲੇ ਸੈੱਟ ਨੂੰ ਬਿਲੋਂਗ ਕਰੂ ਅਤੇ ਦੂਸਰਾ ਐਲੀਮੈਂਟ ਸੈਕਿੰਡ ਸੈੱਟ ਨੂੰ ਬਿਲੋਂਗ ਕਰੂਗਾ। ਇਹ ਕੀ ਹੁੰਦਾ ਆਪਣਾ ਕੋਈ ਵੀ ਰਿਲੇਸ਼ਨ। ਇੱਕ ਆਪਾਂ ਇਹਦੇ ਵਿੱਚ ਇਨਪੁਟ ਹੋਊ, ਇੱਕ ਆਪਣੀ ਆਊਟਪੁੱਟ ਹੋਊ। ਜਿਵੇਂ ਹੁਣ ਤੁਸੀਂ ਅੱਗੇ ਦੇਖ ਸਕਦੇ ਹੋ, ਇਹਦੀ ਆਪਾਂ ਰਿਪਰਜੈਂਟੇਸ਼ਨ ਕਿਵੇਂ ਕਰਾਂਗੇ। ਜਿਵੇਂ ਆਪਾਂ A ਸੈੱਟ ਗਿਵਨ ਹੈ 1 2 3 ਅਤੇ B ਸੈੱਟ ਗਿਵਨ ਹੈ 1 8 27, ਅਤੇ ਇਹਦਾ ਰਿਲੇਸ਼ਨ ਕੀ ਬਣ ਜੂਗਾ, ਉਵੇਂ ਕਾਰਟੀਜ਼ਨ ਪ੍ਰੋਡਕਟ ਲਵਾਂਗੇ 1 1 2 8 ਅਤੇ 3 20। ਹੁਣ ਇਹਨਾਂ ਨੇ ਆਹ ਰਿਲੇਸ਼ਨ ਦਿੱਤਾ ਹੋਇਆ, ਤੁਸੀਂ ਰਿਲੇਸ਼ਨ ਦੱਸੋਗੇ ਵੀ ਕੀ ਹੋ ਸਕਦਾ, ਠੀਕ ਹੈ। ਇਹਦੇ ਵਿੱਚ ਰਿਲੇਸ਼ਨ ਕਿਵੇਂ ਬਣਿਆ ਹੋਇਆ, ਇਹਦੇ ਵਿੱਚ ਦੇਖੋ ਹੁਣ ਸੋਰੀ, ਅਤੇ ਇਹਦੇ ਵਿੱਚ ਰਿਲੇਸ਼ਨ ਕੀ ਬਣਿਆ ਹੋਇਆ ਦੇਖੋ ਤੁਸੀਂ R X, ਇਹਦੇ ਵਿੱਚ ਆਪਣੇ ਰਿਲੇਸ਼ਨ ਬਣਿਆ ਹੋਇਆ X = Y ਕਿਊਬ ਦਾ ਰਿਲੇਸ਼ਨ ਬਣਿਆ ਹੋਇਆ 1 = 1 ਕਿਊਬ, 2 ਕਿਊਬ = 8, 3 ਕਿਊਬ = 27,
ਕਿਊਬਿਕ ਦਾ ਰਿਲੇਸ਼ਨ ਬਣਿਆ ਹੋਇਆ ਤੇ ਇਹਨੂੰ ਡੋਨੇਟ ਕਿਵੇਂ ਕਰਦੇ ਆਪਾਂ ਆਰ ਏ ਮੈਪਿੰਗ ਟੂ ਬੀ ਤੇ ਇਹਨੂੰ ਰੀਡ ਏ ਮੈਪਿੰਗ ਟੂ ਬੀ ਕਰਦੇ, ਇਹਨੂੰ ਮੈਪਿੰਗ ਕਹਿੰਦੇ ਆਪਾਂ ਕਿਸੇ ਵੀ ਸੈੱਟ ਦੀ। ਜਿਵੇਂ ਆ ਦੇਖੋ ਏ ਕੀ ਆਪਣੀ ਏ ਸੈੱਟ ਹੈ, ਏ ਸੈੱਟ ਦੇ ਵਿੱਚ ਆਪਾਂ ਸਾਰੇ ਐਲੀਮੈਂਟਸ ਲਿਖਤੇ ਤੇ ਹੀ ਆਪਾਂ ਬੀ ਸੈੱਟ 'ਚ ਸਾਰੇ ਐਲੀਮੈਂਟਸ ਲਿਖਤੇ। ਓਕੇ, ਹੁਣ 1 ਇਜ਼ ਮੈਪ ਟੂ 1, 8 ਇਜ਼ ਇਮੇਜ ਆਫ 2, 3 ਇਜ਼ ਪ੍ਰੀ ਇਮੇਜ ਆਫ 2। ਹੁਣ ਇਹਦੇ ਇਮੇਜਿਸ ਦਾ ਕੰਸੈਪਟ ਦੇਖੋ, ਹੁਣ 1 ਕੀ ਇਹਦੇ ਵਿੱਚ ਪ੍ਰੀ ਇਮੇਜ ਆਫ 1 ਹੈ ਤੇ 1 ਕੀ ਹੈ ਇਮੇਜ ਹੈ ਇਹਦੀ, 2 ਦੀ ਇਮੇਜ ਕੀ ਹੈ 8, 3 ਦੀ ਇਮੇਜ ਕੀ ਹੈ 27। ਇਹਨਾਂ ਨੂੰ ਤਾਂ ਸਾਰਿਆਂ ਨੂੰ ਕਹਿੰਦੇ ਆਪਾਂ ਇਮੇਜਿਸ। ਇਹ ਕੀ ਨੇ ਆਪਣੀ ਆਊਟਪੁੱਟ ਹੈ, ਇਹਨੂੰ ਵੀ ਕਹਿੰਦੇ ਆਪਾਂ ਪ੍ਰੀ ਇਮੇਜਿਸ। ਠੀਕ ਹੈ, ਇਹਨਾਂ ਦੂਸਰਾ ਨਾਮ ਵੀ ਹੈ, ਇਹਨੂੰ ਤਾਂ ਕਹਿੰਦੇ ਆਪਾਂ ਡੋਮੇਨ, ਸੌਰੀ ਇਹਨੂੰ ਤਾਂ ਕਹਿੰਦੇ ਆਪਾਂ ਡੋਮੇਨ। ਤੇ ਜਿਹੜੀ ਆਪਣੀ ਆਊਟਪੁੱਟ ਹੁੰਦੀ ਹੈ ਆਊਟਪੁੱਟ ਨੂੰ ਕਹਿੰਦੇ ਆਪਾਂ ਰੇਂਜ। ਠੀਕ ਹੈ, ਇਹ ਤੁਹਾਨੂੰ ਨਾਮ ਥੋੜ੍ਹੇ ਇਹਨੇ ਯਾਦ ਰੱਖਣੇ ਪੈਣਗੇ ਹੌਲੀ ਵੀ, ਬਟ ਆਪਾਂ ਜਿਵੇਂ ਸਮ ਕਰਾਂਗੇ ਉਹ ਈਜ਼ੀਲੀ ਯਾਦ ਹੋ ਜਾਣਗੇ ਤੁਹਾਡੇ ਬਾਅਦ ਵਿੱਚ। ਠੀਕ ਹੈ, ਇਹ ਇੱਕ ਆਪਣਾ ਇੱਕ ਰਿਲੇਸ਼ਨ ਸੀ, ਕਿਊਬਿਕ ਰਿਲੇਸ਼ਨ ਸੀ ਇਹ। ਇਸ ਤਰ੍ਹਾਂ ਆਪਾਂ ਨੂੰ ਕੋਈ ਵੀ ਰਿਲੇਸ਼ਨ ਆ ਸਕਦਾ, ਸਕੁਏਅਰ ਰੂਟ 'ਚ ਆ ਸਕਦਾ, ਲੀਨੀਅਰ ਇਕੁਏਸ਼ਨ ਆ ਸਕਦੀ ਹੈ, ਕੁਆਡਰੈਟਿਕ ਇਕੁਏਸ਼ਨ ਆ, ਉਹਨੂੰ ਉਸ ਤਰ੍ਹਾਂ ਹੀ ਆਪਾਂ ਸੋਲਵ ਕਰ ਲਾਂਗੇ ਰਿਲੇਸ਼ਨ ਨੂੰ। ਹੁਣ ਨੈਕਸਟ ਵਨ, ਹੁਣ ਅੱਗੇ ਕੀ ਆ ਗਿਆ, ਉਹੀ ਆ ਗਿਆ ਜਿਹੜਾ ਮੈਂ ਦੱਸ ਰਿਹਾ ਤੁਹਾਨੂੰ, ਡੋਮੇਨ ਅਤੇ ਰੇਂਜ। ਡੋਮੇਨ ਅਤੇ ਰੇਂਜ ਕੀ ਹੁੰਦੀ ਹੈ? ਸਭ ਤੋਂ ਪਹਿਲਾਂ ਡੋਮੇਨ ਕੀ ਹੁੰਦੀ ਹੈ ਆਪਣੀ? ਡੋਮੇਨ ਜਨਰਲੀ ਕਿਸ ਨੂੰ ਕਹਿੰਦੇ ਆਪਾਂ? ਇਨਪੁੱਟ ਨੂੰ। ਡੋਮੇਨ ਇਨਪੁੱਟ ਨੂੰ ਕਹਿੰਦੇ ਆ। ਅਤੇ ਰੇਂਜ ਕਿਸ ਨੂੰ ਕਹਿੰਦੇ ਆਪਾਂ? ਰੇਂਜ ਕਿਸ ਨੂੰ ਕਹਿੰਦੇ ਆ? ਜਿਹੜੀ ਹੁੰਦੀ ਆਪਣੀ ਆਊਟਪੁੱਟ। ਠੀਕ ਹੈ, ਆਪਾਂ ਕੋਈ ਵੀ ਫੰਕਸ਼ਨ ਆਪਣੇ ਲਵੇ ਉਹਦੇ ਵਿੱਚ ਕੋਈ ਵੈਲਿਊ ਇਨਪੁੱਟ ਕਰਾਂਗੇ ਅਤੇ ਆਪਣੇ ਲਵੇ ਆਊਟਪੁੱਟ ਆਊਗੀ। ਜਿਹੜੀ ਇਨਪੁੱਟ ਕੀਤੀ ਆ ਉਹਦਾ ਆਪਣੀ ਹੋਊ ਡੋਮੇਨ, ਅਤੇ ਜਿਹੜੀ ਆਊਟਪੁੱਟ ਆਈ ਉਹਨੂੰ ਕੀ ਕਹਿੰਦੇ ਆਪਾਂ? ਰੇਂਜ। ਓਕੇ, ਹੁਣ ਇਹਦੀ ਡੈਫੀਨੇਸ਼ਨ ਉਹਦਾ ਆਪਾਂ ਜਰਨਲੀ ਦੱਸਤਾ ਸੀ, ਹੁਣ ਇਹਦੀ ਪ੍ਰੋਪਰ ਡੈਫੀਨੇਸ਼ਨ ਕੀ ਹੈ ਡੋਮੇਨ ਦੀ। ਇਫ ਆਰ ਇਜ਼ ਅ ਰਿਲੇਸ਼ਨ ਫਰੋਮ ਏ ਟੂ ਬੀ ਇਜ਼ ਦੈਟ ਆਰ ਇਜ਼ ਸਬਸੈਟ ਆਫ ਏ ਕ੍ਰੋਸ ਬੀ, ਦੈਨ ਸੈਟ ਆਫ ਆਲ ਫਸਟ ਐਲੀਮੈਂਟ ਇਨ ਆਰਡਰਡ ਪੇਅਰ ਆਰ ਇਜ਼ ਕੋਲਡ ਡੋਮੇਨ ਆਫ ਆਰ। ਹੁਣ ਦੇਖੋ ਕੋਈ ਵੀ ਰਿਲੇਸ਼ਨ ਦਿੱਤਾ ਹੋਇਆ ਆਪਾਂ ਨੂੰ ਏ ਟੂ ਬੀ, ਰਿਲੇਸ਼ਨ ਕੀ ਹੋਣਾ ਚਾਹੀਦਾ? ਸਬਸੈਟ ਹੋਣਾ ਚਾਹੀਦਾ ਕਾਰਟੀਜ਼ਨ ਪ੍ਰੋਡਕਟ ਦਾ। ਇਸ ਕਰਕੇ ਡੋਮੇਨ ਆਫ ਰਿਲੇਸ਼ਨ ਕੀ ਹੋ ਜੂਗੀ? ਐਕਸ। ਅਤੇ ਐਕਸ ਵਾਈ ਜਿਹੜਾ ਬਿਲੋਂਗ ਕਰਦਾ ਹੋਊ ਉਹ ਰੀਅਲ ਨੰਬਰਸ ਨੂੰ ਬਿਲੋਂਗ ਕਰਦਾ ਹੋਊ। ਉਰੇ ਆਰ ਕੀ ਹੈ? ਰੇਂਜ ਹੈ। ਠੀਕ ਹੈ, ਯਾਦ ਰੱਖਿਓ। ਅਤੇ ਪਹਿਲਾਂ ਜਿਹੜੀ ਇਨਪੁੱਟ ਹੋਊ ਉਹਨੂੰ ਕਹਾਂਗੇ ਆਪਾਂ ਡੋਮੇਨ। ਜਿਵੇਂ ਐਗਜ਼ਾਮਪਲ ਲੈ ਸਕਦੇ ਹੋ ਤੁਸੀਂ ਇੱਕ, ਜਿਵੇਂ ਐਫ ਐਕਸ ਆਪਾਂ ਨੂੰ ਫੰਕਸ਼ਨ ਗਿਵਨ ਹੈ ਇਜ਼ ਇਕੁਅਲ ਟੂ ਐਕਸ ਸਕੇਅਰ। ਹੁਣ ਇਹਦੇ ਵਿੱਚ ਵੈਲਿਊਜ਼ ਪੁੱਟ ਕਰੀ ਜਾਓ। ਜਿਵੇਂ ਪਹਿਲਾਂ ਵੈਲਿਊ ਪੁੱਟ ਕੀਤੀ ਆਪਾਂ 1 ਲਈ ਕੀ ਆ ਜਾਊਗਾ 1, ਫਿਰ ਕੀਤੀ F2 ਪੁੱਟ ਕਰਾਂਗੇ ਆਪਾਂ ਲਵੇ ਆ ਜਾਊਗਾ ਆਨਸਰ 4। ਹੁਣ ਦੇਖੋ 1 ਅਤੇ 2 ਕੀ ਆਪਣੇ ਇਹਦੇ ਵਿੱਚ ਡੋਮੇਨ ਹੈ ਇਹ ਆਪਣੀ, ਕਿਉਂਕਿ ਇਹਨੂੰ ਆਪਾਂ ਇਨਪੁੱਟ ਕੀਤਾ, ਐਕਸ ਦੀ ਵੈਲਿਊ ਹੈ। ਜਿਹੜੀ ਆਹ ਆਈ ਆਪਣੇ ਕੋਲ ਇਹ ਕਿਹਦੀ ਵੈਲਿਊ ਹੈ? ਵਾਈ ਦੀ ਹੈ। ਇਹਨੂੰ ਕਹਿੰਦੇ ਆਪਾਂ ਰੇਂਜ, ਆਊਟਪੁੱਟ ਹੈ। ਅਸੀਂ ਆਪਣੀ ਰੇਂਜ ਦੀ ਡੈਫੀਨੇਸ਼ਨ ਹੈ ਤੁਸੀਂ ਦੇਖ ਸਕਦੇ ਹੋ। ਇਫ ਆਰ ਇਜ਼ ਅ ਰਿਲੇਸ਼ਨ ਫਰੋਮ ਏ ਟੂ ਬੀ, ਆਰ ਇਜ਼ ਆਰ ਕਿਊ ਸਬਸੈਟ ਹੋਊ ਕਾਰਟੀਜ਼ਨ ਪ੍ਰੋਡਕਟ ਦਾ, ਅਤੇ ਜਿਹੜਾ ਸੈਕਿੰਡ ਐਲੀਮੈਂਟ ਹੋਊ ਹਰ ਇੱਕ ਆਰਡਰਡ ਪੇਅਰ ਦਾ, ਉਹ ਕਿਹਨੂੰ ਬਿਲੋਂਗ ਕਰੂਗਾ? ਰੇਂਜ ਨੂੰ ਬਿਲੋਂਗ ਕਰੂਗਾ, ਵਾਈ, ਜਿਹਨੂੰ ਆਪਾਂ ਵਾਈ ਨਾਲ ਡੋਨੇਟ ਕਰਦੇ ਹਾਂ। ਠੀਕ ਹੈ, ਹੁਣ ਇਸ ਤੋਂ ਬਾਅਦ ਦੇਖੋ, ਹੁਣ ਇੱਕ ਐਗਜ਼ਾਮਪਲ ਹੈ, ਦੇਖੋ ਆਰ ਹੈ, ਕੋਈ ਵੀ ਰਿਲੇਸ਼ਨ ਹੈ ਏ ਟੂ ਬੀ, ਏ ਸੈੱਟ 'ਚ ਕੀ ਹੈ 1 2 3, ਅਤੇ ਬੀ ਸੈੱਟ 'ਚ ਕੀ ਹੈ XYZ। ਤੁਸੀਂ ਮੈਨੂੰ ਇਹਦੀ ਡੋਮੇਨ ਅਤੇ ਰੇਂਜ ਦੱਸ ਸਕਦੇ ਹੋ? ਹੁਣ ਯਾਦ ਰੱਖਿਓ ਹਮੇਸ਼ਾ ਡੋਮੇਨ ਕਿਊ ਸਬਸੈਟ ਹੋਊ ਏ ਦਾ, ਅਤੇ ਰੇਂਜ ਹੋਊ ਹਮੇਸ਼ਾ ਸਬਸੈਟ ਆਫ ਬੀ ਦਾ। ਹੁਣ ਦੇਖੋ ਧਿਆਨ ਨਾਲ, ਹੁਣ ਇਸ ਵਿੱਚ ਡੋਮੇਨ ਤੁਸੀਂ ਕਹੋ 1, ਜੇ ਤੁਸੀਂ ਕਹਿੰਦੇ ਹੋ 1 2 3, ਬਟ ਇਹ ਕੀ ਹੋ ਜੂ ਆਪਣਾ ਗਲਤ, ਕਿਉਂਕਿ ਜਿਹੜਾ 3 ਹੈ ਇਹਦੀ ਤਾਂ ਕੋਈ ਇਮੇਜ ਹੀ ਨਹੀਂ ਹੈਗੀ, ਇਸ ਕਰਕੇ ਇਹਨੂੰ ਆਪਾਂ ਡੋਮੇਨ 'ਚ ਨਹੀਂ ਲੈ ਸਕਦੇ। ਇਹਦੀ ਡੋਮੇਨ ਆਫ ਰਿਲੇਸ਼ਨ ਕੀ ਆਊਗੀ? 1 ਅਤੇ 2। ਠੀਕ ਹੈ, ਅਤੇ ਇਹੀ ਜੇ ਆਪਾਂ ਦੇਖੋ ਡੋਮੇਨ ਤਾਂ ਆ ਗਈ ਆਪਣੀ 1 ਅਤੇ 2, ਅਤੇ ਇੱਕ ਰੇਂਜ ਕਿਹੜੀ ਆ ਰਹੀ ਹੈ ਇਹਦੇ ਵਿੱਚ? ਰੇਂਜ ਆ ਰਹੀ ਹੈ ਇਹ 'ਚ ਆਪਣੀ X ਅਤੇ Z। ਇਹਦੇ ਵਿੱਚ ਵਾਈ ਨਹੀਂ ਲੈਣਾ, ਕਿਉਂਕਿ ਵਾਈ ਦਾ ਆਪਣੀ ਕਿਸੇ 'ਚ ਆਊਟਪੁੱਟ ਹੈ ਹੀ ਨਹੀਂ, ਨਾ ਹੀ ਉਹਦੀ ਪ੍ਰੀ ਇਮੇਜ ਹੈ। ਇਸ ਕਰਕੇ ਇਹਦੇ ਡੋਮੇਨ ਤੋਂ ਆਪਾਂ ਇਸ ਤੋਂ ਪਤਾ ਲੱਗਦਾ ਆਪਾਂ ਨੂੰ ਉਹੀ ਲੈਣਾ ਜਿਹੜਾ ਰਿਲੇਸ਼ਨ ਨੂੰ ਸੈਟਿਸਫਾਈ ਕਰਦਾ ਹੋਵੇ, ਉਹਨੂੰ ਹੀ ਆਪਾਂ ਡੋਮੇਨ ਰੇਂਜ 'ਚ ਲੈਣਾ। ਠੀਕ ਹੈ, ਹੁਣ ਦੇਖੋ ਇੱਕ ਇਹਦੇ ਵਿੱਚ ਦੇਖੋ, ਹੁਣ ਜਿਵੇਂ ਆਹ ਹੈ ਇਹਦੇ ਵਿੱਚ X ਅਤੇ Z ਤਾਂ ਰੇਂਜ ਹੋ ਗਏ, ਅਤੇ ਵਾਈ ਐਲੀਮੈਂਟ ਵੀ ਪਿਆ, ਇਹਨੂੰ ਸਾਰੇ ਨੂੰ ਵੀ ਕਹਿੰਦੇ ਆਪਾਂ ਕੋ ਡੋਮੇਨ। ਭਾਵੇਂ ਉਹ ਐਲੀਮੈਂਟ ਦੀ ਪ੍ਰੀ ਇਮੇਜ ਹੈਗੀ ਹੈ ਭਾਵੇਂ ਨਹੀਂ ਹੈਗੀ, ਉਹਨੂੰ ਸਾਰੇ ਐਲੀਮੈਂਟਸ ਕੀ 'ਚ ਆ ਜਾਂਦੇ? ਉਹ ਕੋ ਡੋਮੇਨ 'ਚ ਆ ਜਾਂਦੇ ਆਪਣੇ। ਠੀਕ ਹੈ, ਨੈਕਸਟ ਵਨ, ਹੁਣ ਆਪਾਂ ਫਾਈਂਡ ਕਰਨ ਜਾ ਰਹੇ ਹਾਂ ਨੰਬਰ ਆਫ ਰਿਲੇਸ਼ਨਸ। ਜਿਵੇਂ ਕੋਈ ਵੀ ਰਿਲੇਸ਼ਨ ਦਿੱਤਾ ਹੋਇਆ ਆਪਾਂ ਨੂੰ, ਕੋਈ 2 ਸੈੱਟ ਦੇਣਗੇ, ਉਹ 'ਚ ਕਾਰਟੀਜ਼ਨ ਪ੍ਰੋਡਕਟ ਦੇਣਗੇ, ਉਹ ਪੁੱਛਣਗੇ ਆਪਾਂ ਨੂੰ ਇਹ 'ਚ ਕਿੰਨੇ ਨੰਬਰ ਆਫ ਰਿਲੇਸ਼ਨਸ ਕਿੰਨੇ ਬਣ ਸਕਦੇ। ਜਿਵੇਂ ਆਹ ਪਿਆ ਨੰਬਰ ਆਫ ਐਲੀਮੈਂਟਸ ਇਨ A ਇਜ਼ ਇਕੁਅਲ ਟੂ P, ਨੰਬਰ ਆਫ ਐਲੀਮੈਂਟਸ ਇਨ B ਇਜ਼ ਇਕੁਅਲ ਟੂ Q,
ਦੈਨ ਨੰਬਰ ਆਫ ਰਿਲੇਸ਼ਨਸ ਫਰੋਮ A to B ਇਜ਼ ਇਕੁਅਲ 2 ਰੇਜ਼ ਟੂ ਪਾਵਰ P ਕਿਉਂ ਆਪਾਂ ਸਿੰਪਲੀ ਕੀ ਕਰਨਾ ਉਹਦੇ ਦੋਨਾਂ ਦੀ ਐਲੀਮੈਂਟਸ ਦੀ ਮਲਟੀਪਲਾਈ ਕਰਕੇ 2 ਦੀ ਰੇਜ਼ ਟੂ ਜਿਵੇਂ ਆਪਾਂ ਨੰਬਰ ਆਫ ਸਬਸੈਟ ਕੱਢੇ ਸੀ 2 ਦੀ ਰੇਜ਼ ਟੂ ਪਾਵਰ n ਉਹੀ ਫਾਰਮੂਲਾ ਹੈ ਇਹਦੇ ਵਿੱਚ ਕੀ ਥੋੜ੍ਹੀ ਮੋਡੀਫਿਕੇਸ਼ਨ ਹੈ ਦੋਨਾਂ ਦੇ ਨੰਬਰ ਆਫ ਐਲੀਮੈਂਟਸ ਦੀ ਆਪਾਂ ਹੀ ਕਰਨੀ ਹੈ ਮਲਟੀਪਲਾਈ ਕਰਨੀ ਹੈ ਜਿਵੇਂ ਦੇਖ ਸਕਦੇ ਇਹ ਵੀ ਰਿਲੇਸ਼ਨ ਹੈ ਜਿਵੇਂ ਕੋਈ ਵੀ A to B ਹੈ ਸਬਸੈਟ ਉਹ ਕਾਰਟੀਜ਼ਨ ਪ੍ਰੋਡਕਟ ਦਾ ਨੰਬਰ ਆਫ ਰਿਲੇਸ਼ਨ ਪੋਸੀਬਲ ਉਹ ਕਿਹਦੇ ਬਰਾਬਰ ਹੋਣਗੇ ਨੰਬਰ ਆਫ ਸਬਸੈਟਸ ਆਫ A ਕ੍ਰੋਸ B ਦੇ ਮਤਲਬ ਨੰਬਰ ਆਫ ਐਲੀਮੈਂਟਸ ਇਨ ਕਾਰਟੀਜ਼ਨ ਪ੍ਰੋਡਕਟ ਇਜ਼ ਇਕੁਅਲ ਟੂ ਬਰਾਬਰ ਹੁੰਦੇ ਆ ਨੰਬਰ ਆਫ ਐਲੀਮੈਂਟਸ ਇਨ A ਕ੍ਰੋਸ ਨੰਬਰ ਆਫ ਐਲੀਮੈਂਟਸ ਇਨ B ਸੋ ਇਹਦੇ ਵਿੱਚ ਨੰਬਰ ਆਫ ਰਿਲੇਸ਼ਨਸ ਕੀ ਬਣ ਜਾਣਾ ਉਮੀ 2 ਰੇਜ਼ ਟੂ ਪਾਵਰ n ਉਰੇ n ਦੀ ਥਾਂ 'ਤੇ ਕੀ ਫਿਲ ਕਰ ਦਾਂਗੇ ਆਪਾਂ P Q ਇਸ ਤੋਂ ਬਾਅਦ ਆ ਗਿਆ ਇਨਵਰਸ ਆਫ ਅ ਰਿਲੇਸ਼ਨ ਕੋਈ ਵੀ ਰਿਲੇਸ਼ਨ ਹੈ ਉਹਦਾ ਇਨਵਰਸ ਕਿਵੇਂ ਫਾਈਂਡ ਕਰੋਗੇ ਹੁਣ ਦੇਖੋ ਆਪਾਂ ਜਿਹੜੇ ਕੀਤੇ ਕੋਈ ਵੀ ਰਿਲੇਸ਼ਨ ਹੈ x y ਠੀਕ ਹੈ ਅਤੇ ਇਹਦੇ ਵਿੱਚ ਕੀ ਹੁੰਦਾ ਆਪਣਾ x ਅਤੇ y ਦੋਨੋਂ ਕਿਹਨੂੰ ਬਿਲੋਂਗ ਕਰਦੇ ਆ ਰੀਅਲ ਨੰਬਰਸ ਨੂੰ ਜਦੋਂ ਕਿਸੇ ਵੀ ਤੁਸੀਂ ਰਿਲੇਸ਼ਨ ਦਾ ਇਨਵਰਸ ਲੈ ਰਹੇ ਹੋ ਇਨਵਰਸ ਕੀ ਹੁੰਦਾ ਬਿਲਕੁਲ ਉਲਟ ਹੋ ਜਾਂਦਾ y ਅਤੇ x ਆਪਣੀ ਡੋਮੇਨ ਕੀ ਬਣ ਜਾਂਦੀ ਹੈ ਰੇਂਜ ਅਤੇ ਰੇਂਜ ਕਿਸ 'ਚ ਚੇਂਜ ਹੋ ਜਾਂਦੀ ਹੈ ਡੋਮੇਨ ਵਿੱਚ ਠੀਕ ਹੈ ਅਤੇ ਇਹ 'ਚ ਵੀ ਰਿਜ਼ਲਟ ਸਾਰਾ ਸੇਮ ਹੀ ਰਹੂਗਾ ਬਸ ਇਨਪੁਟ ਆਊਟਪੁੱਟ ਇਨਪੁਟ 'ਚ ਚੇਂਜ ਹੋ ਜਾਂਦੀ ਹੈ ਆਹ ਰਿਜ਼ਲਟ ਹੋਇਆ ਜਦੋਂ ਕਿਸੇ ਵੀ ਤੁਸੀਂ ਰਿਲੇਸ਼ਨ ਦਾ ਇਨਵਰਸ ਕਰਦੇ ਹੋ ਓਕੇ ਗੋਟ ਇਟ ਹੁਣ ਇਹਦੀ ਪ੍ਰੋਪਰ ਡੈਫੀਨੇਸ਼ਨ ਦੇਖ ਲਓ ਜਿਵੇਂ ਇਫ ਅ ਰਿਲੇਸ਼ਨ ਆਰ ਇਜ਼ ਫਰੋਮ ਸੈਟ A to B ਇਨਵਰਸ ਆਫ ਅ ਰਿਲੇਸ਼ਨ ਆਰ ਇਜ਼ ਦਿਸ ਉਹੀ ਆ ਗਿਆ ਨਾ ਜੇ ਪਹਿਲਾਂ ਆਪਾਂ ਕੀ ਲਿਖਦੇ ਹੁੰਦੇ ਸੀ ਐਕਸ ਵਾਈ ਹੁਣ ਇਹਦੇ ਵਿੱਚ ਕੀ ਆ ਗਿਆ ਵਾਈ ਐਕਸ ਬਿਲਕੁਲ ਉਲਟਾ ਦੇਣਾ ਅਤੇ ਸਾਰੇ ਐਲੀਮੈਂਟਸ ਕਿਹਨੂੰ ਬਿਲੋਂਗ ਕਰਨਗੇ ਰਿਲੇਸ਼ਨ ਆਰ ਨੂੰ ਬਿਲੋਂਗ ਕਰਨਗੇ ਐਗਜ਼ਾਮਪਲ ਲੈ ਸਕਦੇ ਹੋ ਜਿਵੇਂ ਤੁਹਾਨੂੰ ਆਰ ਗਿਵਨ ਹੈ ਰਿਲੇਸ਼ਨ ਗਿਵਨ ਹੈ ਕੋਈ 2 4 3 9 4 16 ਹੁਣ ਤੁਸੀਂ ਮੈਨੂੰ ਇਹਦਾ ਰਿਲੇਸ਼ਨ ਦੱਸ ਸਕਦੇ ਹੋ ਵੀ ਕਿਸ ਚੀਜ਼ ਦਾ ਰਿਲੇਸ਼ਨ ਹੈ ਹੁਣ ਆਪਾਂ ਲਵੇ ਇਹ ਰਿਲੇਸ਼ਨ ਹੈਗਾ ਸਕੇਅਰ ਦਾ ਐਫ ਐਕਸ ਇਜ਼ ਇਕੁਅਲ ਟੂ ਉਹੀ ਜਿਹੜਾ ਆਪਾਂ ਪਹਿਲਾਂ ਫੰਕਸ਼ਨ ਕਰ ਚੁੱਕੇ ਇੱਕ ਵਾਰੀ ਸੋਲਵ ਕਰ ਇਹ ਸਕੇਅਰ ਵਾਲਾ ਫੰਕਸ਼ਨ ਆਪਾਂ ਲਵੇ ਠੀਕ ਹੈ ਹੁਣ ਇਹਦਾ ਰਿਲੇਸ਼ਨ ਕੀ ਸੀ ਆਹ ਸੀ ਨਾ ਠੀਕ ਹੈ ਹੁਣ ਜਦੋਂ ਇਹਦਾ ਰਿਲੇਸ਼ਨ ਦਾ ਇਨਵਰਸ ਕਰਾਂਗੇ ਉਲਟੇ ਆਣਗੇ ਦੇਖੋ 2 4 ਸੀ 4 2 ਆ ਕ੍ਰੋਸ ਕਰ ਦੇਣੇ ਆ ਉਲਟਾ ਦੇਣੇ ਆਪਾਂ 3 9 9 3 4 16 16 4 ਠੀਕ ਹੈ ਇਹਨੂੰ ਕਹਿੰਦੇ ਆਪਾਂ ਇਨਵਰਸ ਆਫ ਰਿਲੇਸ਼ਨ ਈਜ਼ੀ ਹੈ ਕਰ ਸਕਦੇ ਹੋ ਤੁਸੀਂ ਇਸ ਤੋਂ ਬਾਅਦ ਆ ਗਿਆ ਹੁਣ ਆਪਣੇ ਲਵੇ ਰਿਲੇਸ਼ਨਸ ਦੇਖੋ ਹੁਣ ਕਾਰਟੀਜ਼ਨ ਲੈਟ A and B be non-empty set then a relation R from set A to B is a subset of A cross B ਅਤੇ ਜਿਹੜਾ ਇਹਦੇ ਵਿੱਚ ਆਪਾਂ ਕੋਈ ਵੀ ਰਿਲੇਸ਼ਨ ਹੁੰਦਾ ਉਹ ਪਹਿਲਾਂ ਵੀ ਕਰ ਹੀ ਚੁੱਕੇ ਹਾਂ ਵੀ ਜਿਹੜਾ ਕੋਈ ਵੀ ਆਪਣਾ ਰਿਲੇਸ਼ਨ ਬਣਦਾ ਹੁੰਦਾ ਉਹ ਹਮੇਸ਼ਾ ਸਬਸੈਟ ਹੁੰਦਾ ਆਪਣਾ A cross B ਦਾ ਇਹ ਰਿਜ਼ਲਟ ਯਾਦ ਰੱਖਿਓ ਤੁਸੀਂ ਹੁਣ ਇਸ ਤੋਂ ਬਾਅਦ ਆ ਗਿਆ ਟਾਈਪਸ ਆਫ ਰਿਲੇਸ਼ਨ ਟਾਈਪਸ ਆਫ ਰਿਲੇਸ਼ਨਸ ਕੀ ਹੁੰਦੇ ਆ 3 ਤਰ੍ਹਾਂ ਦੇ ਹੁੰਦੇ ਆ ਰਿਫਲੈਕਸਿਵ ਸਿਮੈਟ੍ਰਿਕ ਅਤੇ ਟ੍ਰਾਂਜ਼ਿਟਿਵ ਅਤੇ ਜਿਹੜਾ ਰਿਲੇਸ਼ਨ ਤਿੰਨੇ ਹੋਲਡ ਕਰ ਜੇ ਉਹਨੂੰ ਕਹਿੰਦੇ ਆਪਾਂ ਇਕੁਵਲੈਂਸ ਰਿਲੇਸ਼ਨ ਠੀਕ ਹੈ ਹੁਣ ਦੇਖੋ ਇਹਨਾਂ ਵਿੱਚ ਕੀ ਹੁੰਦਾ ਅੱਗੇ ਸਭ ਤੋਂ ਪਹਿਲਾਂ ਗਿਆ ਰਿਫਲੈਕਸਿਵ ਆਪਾਂ ਇਕੱਲਾ ਦੀ ਐਗਜ਼ਾਮਪਲ ਲਵਾਂਗੇ ਠੀਕ ਹੈ ਹੁਣ ਰਿਫਲੈਕਸਿਵ ਦੇ ਵਿੱਚ ਕੀ ਹੁੰਦਾ ਰਿਫਲੈਕਸਿਵ ਦੇ ਵਿੱਚ ਹੁੰਦਾ A belongs to R for all A belongs to R ਰਿਫਲੈਕਸਿਵ 'ਚ ਕੀ ਹੋਊਗਾ ਜਿਵੇਂ ਤੁਸੀਂ ਸੈੱਟ 'ਚ ਮੰਨ ਲਓ 1 1 2 2 ਲੈ ਰਹੇ ਹੋ ਤਾਂ ਉਹਦੇ ਵਿੱਚ ਕੀ ਹੈ ਸਾਰੇ ਉਹਦੇ ਡਬਲੈਟ ਐਗਜ਼ਿਸਟ ਕਰਨੇ ਚਾਹੀਦੇ ਆ ਜਿਵੇਂ 1 1 2 2 ਠੀਕ ਹੈ ਉਹ ਸਾਰੇ ਐਗਜ਼ਿਸਟ ਕਰਕੇ ਤਾਂ ਉਹਨੂੰ ਕੀ ਕਹਾਂਗੇ ਆਪਾਂ ਰਿਫਲੈਕਸਿਵ ਰਿਲੇਸ਼ਨ ਕਹਾਂਗੇ ਠੀਕ ਹੈ ਅਤੇ ਸਮਿਟ੍ਰਿਕ ਹੁਣ ਸਮਿਟ੍ਰਿਕ ਦੇ ਵਿੱਚ ਕੀ ਹੁੰਦਾ ਜਿਵੇਂ ਮੰਨ ਲਓ ਰਿਲੇਸ਼ਨ 'ਚ A B ਬਿਲੋਂਗਸ ਟੂ R ਹੈ ਤਾਂ BA ਵੀ ਮਸਟ ਹੈ ਬਿਲੋਂਗਸ ਟੂ R ਹੀ ਹੋਣਾ ਚਾਹੀਦਾ ਮਤਲਬ ਸੈੱਟ 'ਚ ਜੇ 2 3 ਬਿਲੋਂਗ ਕਰਦਾ ਰਿਲੇਸ਼ਨ ਨੂੰ ਤਾਂ 3 2 ਵੀ ਬਿਲੋਂਗ ਕਰਨਾ ਜ਼ਰੂਰੀ ਹੈ ਇਸ ਕਰਕੇ ਉਹਨੂੰ ਕਹਾਂਗੇ ਆਪਾਂ ਸਮਿਟ੍ਰਿਕ ਅਤੇ ਇਸ ਤੋਂ ਬਾਅਦ ਆ ਗਿਆ ਟ੍ਰਾਂਜ਼ਿਟਿਵ 'ਚ ਕੀ ਹੁੰਦਾ ਮੰਨ ਲਓ ਹੁਣ ਇਹਦੇ ਵਿੱਚ A B ਬਿਲੋਂਗਸ ਟੂ R ਅਤੇ BC ਬਿਲੋਂਗਸ ਟੂ R ਤਾਂ ਮਸਟ ਹੈ ਇਹਦੇ ਲਈ ਕੀ ਹੋਊਗਾ AC ਵੀ ਬਿਲੋਂਗ ਕਰਨਾ ਚਾਹੀਦਾ R ਨੂੰ ਹੁਣ ਧਿਆਨ ਨਾਲ ਦੇਖੋ AB ਅਤੇ BC 'ਚ ਰਿਲੇਸ਼ਨ ਬਣ ਰਿਹਾ ਨਾ ਇੱਕ ਤਰ੍ਹਾਂ ਦਾ ਆਹ ਕੋਮਨ ਆ ਰਿਹਾ B ਇਸ ਕਰਕੇ AC ਵੀ ਇਹ 'ਚ ਐਗਜ਼ਿਸਟ ਹੈ ਉਹਨੂੰ ਕਹਾਂਗੇ ਆਪਾਂ ਟ੍ਰਾਂਜ਼ਿਟਿਵ ਰਿਲੇਸ਼ਨ ਇਹਦੀ ਐਗਜ਼ਾਮਪਲ ਦੇਖ ਸਕਦੇ ਹੋ ਹੁਣ ਇੱਕ ਤੁਸੀਂ ਨੋਨ ਰਿਫਲੈਕਸਿਵ ਦੀ ਠੀਕ ਹੈ ਫਿਰ ਆਪਾਂ ਨੋਨ ਸਮਿਟ੍ਰਿਕ ਦੀ ਲੈ ਲਾਂਗੇ ਇੱਕ ਐਗਜ਼ਾਮਪਲ ਸਭ ਤੋਂ ਪਹਿਲਾਂ ਨੋਨ ਰਿਫਲੈਕਸਿਵ ਦੀ ਐਗਜ਼ਾਮਪਲ ਹੈ ਜਿਵੇਂ ਆਪਾਂ ਨੂੰ ਲਵੇ ਕੋਈ ਵੀ ਸੈੱਟ A ਗਿਵਨ ਹੈ 1 1 2 3 4 ਸੋ ਅਸੀਂ B ਹੋ ਜੂਗਾ ਆਪਾਂ ਲਵੇ 1 2 3 4 ਹੁਣ ਜਿਹੜਾ ਇਹਨਾਂ ਦੇ ਵਿੱਚ ਰਿਲੇਸ਼ਨ ਬਣੂ A cross B ਦਾ
ਕੋਈ ਵੀ ਆਰ ਰਿਲੇਸ਼ਨ ਹੈ ਹੁਣ ਆਪਣੇ ਲਵੇ, ਠੀਕ ਹੈ, ਉਹਦੇ ਵਿੱਚ ਸਾਰੇ ਡਬਲੇਟ ਐਗਜ਼ਿਸਟ ਕਰਨੇ ਚਾਹੀਦੇ ਆ। ਇਹ 1 1 2 2 3 3। ਹੁਣ ਦੇਖੋ ਆਪਣੇ ਲਵੇ ਰਿਲੇਸ਼ਨ ਇਕੱਲਾ ਆਹ ਗਿਵਨ ਹੈ। ਹੁਣ ਇਹ ਰਿਫਲੈਕਸਿਵ ਹੈਗਾ ਕਿ ਨਹੀਂ? ਇਹ ਹੈ ਨਹੀਂ ਰਿਫਲੈਕਸਿਵ। ਕਿਉਂ? ਕਿਉਂਕਿ ਉਰੇ ਆਪਣੇ ਲਵੇ 4 ਦਾ ਡਬਲੇਟ ਹੀ ਨਹੀਂ ਹੈਗਾ, ਇਸ ਕਰਕੇ ਇਹ ਕੀ ਯਾਰ ਇਹ ਰਿਫਲੈਕਸਿਵ ਨਹੀਂ ਹੈਗਾ। ਜੇ ਮੰਨ ਲਓ ਇਹਦੇ ਵਿੱਚ ਮੈਂ 4 ਦਾ ਡਬਲੇਟ ਪਾ ਦਾਂ ਤਾਂ ਇਹ ਕੀ ਬਣ ਜੂਗਾ ਆਪਣੇ ਲਵੇ? ਰਿਫਲੈਕਸਿਵ ਬਣ ਜੂਗਾ, ਠੀਕ ਹੈ। ਹੁਣ ਇਸ ਤੋਂ ਬਾਅਦ ਲੈ ਰਹੇ ਆਪਾਂ ਨੋਨ ਸਮਿਟਰਿਕ ਦੀ ਐਗਜ਼ਾਮਪਲ। ਉਵੇਂ ਨੋਨ ਸਮਿਟਰਿਕ ਦੀ ਐਗਜ਼ਾਮਪਲ ਲੈ ਲਓ। ਮੰਨ ਲਓ ਕੋਈ ਵੀ ਰਿਲੇਸ਼ਨ ਆ ਆਰ ਆਪਣੇ ਲਵੇ, ਉਹਦੇ ਵਿੱਚ ਐਲੀਮੈਂਟਸ ਨੇ ਆਪਣੇ ਲਵੇ 1 2 2 1 3 1। ਹੁਣ ਦੇਖੋ ਇਹ ਸਮਿਟਰਿਕ ਹੈਗਾ ਕਿ ਨਹੀਂ? ਇਹ ਸਮਿਟਰਿਕ ਨਹੀਂ ਹੈਗਾ, ਕਿਉਂਕਿ ਦੇਖੋ ਆਪਾਂ ਕੀ ਕੀਤਾ ਸੀ 1 2 2 1, ਉਹਦਾ ਕ੍ਰੋਸ ਪ੍ਰੋਡਕਟ ਉਹ ਐਲੀਮੈਂਟ ਵੀ ਉਹ 'ਚ ਐਗਜ਼ਿਸਟ ਕਰਨਾ ਚਾਹੀਦਾ, ਬਟ 3 1 ਤਾਂ ਹੈਗਾ ਇਹ 'ਚ। 1 3 ਐਲੀਮੈਂਟ ਵੀ ਕੰਪਲਸਰੀ ਸੀ ਇਹ 'ਚ ਹੋਣਾ ਚਾਹੀਦਾ, ਬਟ 1 3 ਐਲੀਮੈਂਟ ਇਹ 'ਚ ਨਹੀਂ ਹੈਗਾ, ਇਸ ਕਰਕੇ ਇਹ ਸਮਿਟਰਿਕ ਨਹੀਂ ਹੈ। ਜੇ 1 3 ਐਲੀਮੈਂਟ ਇਹ 'ਚ ਪਾ ਦਿੰਦੇ ਆ ਫਿਰ ਕੀ ਹੋ ਜੂਗਾ? ਇਹ ਸਮਿਟਰਿਕ ਹੋ ਜੂਗਾ ਰਿਲੇਸ਼ਨ। ਨੈਕਸਟ ਐਗਜ਼ਾਮਪਲ ਹੈ ਟ੍ਰਾਂਜ਼ਿਟਿਵ ਦੀ। ਮੰਨ ਲਓ ਆਪਣੇ ਲਈ ਉਮੀਦ ਰਿਲੇਸ਼ਨ ਹੈ ਕੋਈ ਵੀ 1 2 2 3 3 1। ਹੁਣ ਦੱਸੋ ਇਹ ਹੈਗਾ ਟ੍ਰਾਂਜ਼ਿਟਿਵ ਕਿ ਨਹੀਂ? ਇਹ ਹੈ ਨਹੀਂ, ਕਿਉਂਕਿ ਹੁਣ ਦੇਖੋ ਉਹੀ ਚੀਜ਼ ਆ ਗਈ, ਆ ਪਿਆ ਆਪਣੇ ਲਈ, ਇਹ ਕੀ ਸੇਮ ਹੈ ਨਾ, ਠੀਕ ਹੈ। ਇਹਦੇ ਵਿੱਚ 1 3 ਐਲੀਮੈਂਟ ਵੀ ਐਗਜ਼ਿਸਟ ਕਰਨਾ ਜ਼ਰੂਰੀ ਸੀ ਜੇ ਇਹਨੂੰ ਟ੍ਰਾਂਜ਼ਿਟਿਵ, ਬਟ ਇਹਦੇ ਵਿੱਚ ਹੈ ਨਹੀਂ, ਇਸ ਕਰਕੇ ਇਹ ਟ੍ਰਾਂਜ਼ਿਟਿਵ ਨਹੀਂ ਹੋ ਸਕਦਾ ਕਦੇ ਵੀ। ਤੇ ਹੋਰ ਵੀ ਦੇ ਸਕਦੇ ਹੋ, ਜਿਵੇਂ 3 1 ਪਿਆ 1 2, ਨਾ ਹੀ ਇਹਦੇ ਵਿੱਚ 3 2 ਐਲੀਮੈਂਟ ਐਗਜ਼ਿਸਟ ਕਰਦਾ, ਇਸ ਕਰਕੇ ਟ੍ਰਾਂਜ਼ਿਟਿਵ ਵੀ ਨਹੀਂ ਹੈਗਾ। ਓਕੇ, ਇਹ ਸੀ ਆਪਣੇ ਲਈ ਤਿੰਨੇ ਟਾਈਪਸ। ਜੇ ਮੰਨ ਲਓ ਤਿੰਨੇ ਐਗਜ਼ਿਸਟ ਕਰ ਜਾਣ, ਤਿੰਨੇ ਰਿਲੇਸ਼ਨ ਪ੍ਰੂਵ ਹੋ ਜਾਣ, ਤਾਂ ਉਹਨੂੰ ਕੀ ਕਹਾਂਗੇ ਆਪਾਂ? ਇਕੁਵਲੈਂਸ ਰਿਲੇਸ਼ਨ। ਇਕੁਵਲੈਂਸ ਰਿਲੇਸ਼ਨ। ਓਕੇ, ਹੁਣ ਕੁਛ ਕੁ ਸਾਹਮਣੇ ਇਹਦੇ ਸਮ ਟਰਾਈ ਕਰ ਸਕਦੇ ਹੋ। ਹੁਣ MCQs ਟਰਾਈ ਕਰ ਸਕਦੇ ਹੋ। ਜਿਵੇਂ ਸਭ ਤੋਂ ਪਹਿਲਾਂ MCQ ਆਪਣੇ ਲਵੇ, ਇਫ A is a set of even natural numbers less than 8 and B is a set of prime numbers less than 7। ਸਭ ਤੋਂ ਪਹਿਲਾਂ ਕੀ ਆਪਾਂ ਨੂੰ ਇਹ ਸੈੱਟ ਬਣਾਉਣੇ ਪੈਣਗੇ। ਦੇਖੋ ਹੁਣ ਪਹਿਲੇ A ਸੈੱਟ 'ਚ ਕੀ ਕਹਿ ਰਿਹਾ ਆਪਾਂ ਨੂੰ? ਕਹਿੰਦੇ A is a set of even natural numbers less than 8। ਲੈਸ ਦੈਨ 8 ਈਵਨ ਨੈਚੁਰਲ ਨੰਬਰ ਚਾਹੀਦੇ ਆਪਾਂ ਨੂੰ, ਠੀਕ ਹੈ। ਕਿਹੜੇ ਕਿਹੜੇ ਆਣਗੇ ਆਪਣੇ ਲਵੇ? 2 4 ਐਂਡ 6। 8 ਲੈ ਨਹੀਂ ਸਕਦੇ ਕਿਉਂਕਿ ਇਹਨੇ ਲੈਸ ਦੈਨ ਕਿਹਾ। ਅਸੀਂ ਬੀ ਦਾ ਬਣਾ ਲਓ। ਹੁਣ ਬੀ 'ਚ ਕੀ? ਬੀ ਇਜ਼ ਦਾ ਸੈਟ ਆਫ ਪ੍ਰਾਈਮ ਨੰਬਰ ਲੈਸ ਦੈਨ 7। ਲੈਸ ਦੈਨ 7 ਆਪਾਂ ਕਿਹੜੇ ਲੈਣੇ ਆ? ਪ੍ਰਾਈਮ ਨੰਬਰਸ ਲੈਣੇ ਆ। ਲੈਸ ਦੈਨ 7 ਪ੍ਰਾਈਮ ਨੰਬਰਸ ਕਿਹੜੇ ਕਿਹੜੇ ਆ ਗਏ? 2 3 5, ਠੀਕ ਹੈ। ਆਪਣੇ ਲਵੇ ਇਹ ਕੀ ਬਣ ਗਿਆ? ਹੁਣ ਦੈਨ ਦਾ ਨੰਬਰ ਆਫ ਰਿਲੇਸ਼ਨਸ ਪਤਾ ਕਰਨੇ ਆ A to B। ਹੁਣ ਉਹੀ ਹੈ, ਇਹਦੇ ਵਿੱਚ 3 ਐਲੀਮੈਂਟਸ ਨੇ, ਇਹਦੇ ਵਿੱਚ ਵੀ 3 ਐਲੀਮੈਂਟਸ ਨੇ, ਠੀਕ ਹੈ। ਨੰਬਰ ਆਫ ਰਿਲੇਸ਼ਨ ਦਾ ਫਾਰਮੂਲਾ ਕੀ ਸੀ? 2 raised to power mn, ਠੀਕ ਹੈ। 2 raised to power mn, 2 raised to power mn ਮਤਲਬ 2 raised to power 3 ਮਲਟੀਪਲਾਈ ਬਾਈ 3, 2 raised to power 9 ਕੀ ਆ ਜੂਗਾ ਇਹਦਾ ਆਪਣੇ ਕੋਲੇ ਆਨਸਰ। ਦੇਖ ਸਕਦੇ ਹੋ ਕਿਵੇਂ ਆਇਆ ਆਨਸਰ। ਸੋਲਿਊਸ਼ਨ ਹੈ ਆਪਣੇ ਕੋਲੇ, ਆਨਸਰ ਕੀ ਆ ਗਿਆ? ਫਸਟ ਆਪਸ਼ਨ। ਨਾਓ ਨੈਕਸਟ ਵਨ, ਲੈਟ ਆਰ ਬੀ ਅ ਰਿਲੇਸ਼ਨ ਓਵਰ ਦਾ ਸੈੱਟ n क्रॉस n। ਹੁਣ ਦੇਖੋ ਇਹ ਰਿਲੇਸ਼ਨਸ ਕੀ ਹੈ? n क्रॉस n ਦਾ ਮਤਲਬ A ਵੀ n ਨੂੰ ਬਿਲੋਂਗ ਕਰਦਾ, B ਵੀ ਨੈਚੁਰਲ ਨੰਬਰਸ ਨੂੰ ਬਿਲੋਂਗ ਕਰ ਰਿਹਾ। ਡਿਫਾਈਨਡ ਕੀ ਹੈ? AB ਰਿਲੇਟਸ ਟੂ CD, A + D = B + C। ਇਹਨਾਂ ਰਿਲੇਸ਼ਨ ਕੀ ਹੈ? ਐਡੀਸ਼ਨ ਦਾ ਰਿਲੇਸ਼ਨ ਹੈ। ਹੁਣ ਇਹ ਰਿਲੇਸ਼ਨ ਦੱਸਣਾ ਆਪਾਂ ਰਿਫਲੈਕਸਿਵ ਓਨਲੀ, ਸਮਿਟਰਿਕ ਓਨਲੀ, ਟ੍ਰਾਂਜ਼ਿਟਿਵ ਜਾਂ ਇਕੁਵਲੈਂਸ ਰਿਲੇਸ਼ਨ ਹੈ। ਹੁਣ ਦੇਖੋ ਇਹਨੂੰ ਕਿਵੇਂ ਪ੍ਰੂਵ ਕਰਾਂਗੇ। ਸਭ ਤੋਂ ਪਹਿਲਾਂ ਆਰ ਇਜ਼ ਰਿਫਲੈਕਸਿਵ। ਰਿਫਲੈਕਸਿਵ ਕਿਵੇਂ ਹੋ ਸਕਦਾ? ਇਹ ਰਿਫਲੈਕਸਿਵ ਹੈ ਕਿਉਂਕਿ ਦੇਖੋ A + A = A + A ਹੋ ਜੂਗਾ, ਉਹ ਇਕੁਅਲ ਆ ਜੂਗਾ। A + B = B + A, ਠੀਕ ਹੈ। ਇਹਦੇ ਵਿੱਚ ਦੇਖੋ ਹੁਣ AB ਰਿਲੇਟਸ ਟੂ CD ਅਤੇ CD ਰਿਲੇਟਸ ਟੂ F। A + D = B + C ਅਤੇ C + F = D + C। ਜੋ ਦੋਨਾਂ ਨੂੰ ਐਡ ਕਰਾਂਗੇ ਆਪਣੇ ਲਈ A + F ਇਹਦੇ ਨਾਲ ਕੀ ਬਣ ਗਿਆ? ਇਹ ਟ੍ਰਾਂਜ਼ਿਟਿਵ ਵੀ ਬਣ ਗਿਆ। ਸਭ ਤੋਂ ਪਹਿਲਾਂ ਦੇਖੋ ਹੁਣ ਇਹਨੂੰ ਨਾ ਆਪਾਂ ਕੀ ਕਰਦੇ ਹਾਂ, ਰਿਫਲੈਕਸਿਵ ਅਤੇ ਸਮਿਟਰਿਕ ਪ੍ਰੂਵ ਕਰਦੇ ਹਾਂ ਆਪਾਂ। ਰਿਫਲੈਕਸਿਵ 'ਚ ਕੀ ਹੋ ਜੂਗਾ ਆਪਣੇ ਲਵੇ? ਮੰਨ ਲਓ A ਰਿਲੇਟ ਕਰ ਰਿਹਾ B ਨਾਲ। ਹੁਣ ਆਪਾਂ ਹੀ ਕਰਨਾ, ਐਕਸਟ੍ਰੀਮਸ ਨੂੰ ਐਡ ਕਰਨਾ, ਮਤਲਬ ਇਹਦੇ ਨਾਲ ਕੀ ਬਣ ਜੂ ਰਿਜ਼ਲਟ? A + B = A + B ਵਿਚ ਇਜ਼ ਟਰੂ। ਸੋ ਇਹ ਕੀ ਆਪਣਾ ਰਿਫਲੈਕਸਿਵ ਰਿਲੇਸ਼ਨ। ਨਾਓ ਨੈਕਸਟ
ਕੀ ਪ੍ਰੂਵ ਕਰਾਂਗੇ ਆਪਾਂ ਸਿਮੈਟ੍ਰਿਕ। ਸਿਮੈਟਰੀ 'ਚ ਕੀ ਆ, ਸਿਮੈਟਰੀ ਦਾ ਕੀ ਸੀ ਆਪਾਂ ਲਵੇ ਏ ਬੀ, ਜੇ ਏ ਬੀ ਐਗਜ਼ਿਸਟ ਕਰਦਾ ਹੈ ਤਾਂ ਕੀ ਕਰਨਾ ਚਾਹੀਦਾ ਆਪਾਂ ਲਵੇ, ਉਹ ਵੀ ਕੀ ਸੀ ਆਪਣੇ ਲਵੇ ਏ ਬੀ ਬੀ ਸੀ, ਤੁਸੀਂ ਇਹਦਾ ਲੈ ਲਓ ਤੁਸੀਂ ਸੀ ਡੀ ਲੈ ਲਓ। ਚਲੋ ਇਹਦੇ ਵਿੱਚ ਕੀ ਕਰਾਂਗੇ ਆਪਾਂ ਏ ਪਲੱਸ ਡੀ ਇਜ਼ ਇਕੁਅਲ ਟੂ ਬੀ ਪਲੱਸ ਸੀ ਵਿਚ ਇਜ਼ ਟਰੂ। ਕਿਉਂ? ਕਿਉਂਕਿ ਇਹ ਕੀ ਹੈ ਸਿਮੈਟ੍ਰਿਕ ਰਿਲੇਸ਼ਨ ਹੈ। ਅਤੇ ਟ੍ਰਾਂਜ਼ਿਟਿਵ ਦਾ ਤੁਸੀਂ ਇਹਦੇ ਵਿੱਚ ਦੇਖ ਹੀ ਸਕਦੇ ਹੋ ਕਿਵੇਂ ਸੋਲਵ ਕੀਤਾ ਹੋਇਆ। ਇਹ ਆਨਸਰ ਕੀ ਆ ਜੂ ਇਸ ਕਰ। ਹੁਣ ਦੇਖੋ ਕਿਹਾ ਸੀ ਨਾ ਮੈਂ ਆਪਣੇ ਟਾਈਪਸ ਆਫ ਰਿਲੇਸ਼ਨਸ ਕੀ ਤਿੰਨ ਸੀ, ਰਿਫਲੈਕਸਿਵ, ਸਿਮੈਟ੍ਰਿਕ, ਟ੍ਰਾਂਜ਼ਿਟਿਵ। ਜੇ ਤਿੰਨੇ ਐਗਜ਼ਿਸਟ ਕਰ, ਤਿੰਨੇ ਸੈਟਿਸਫਾਈ ਕਰ ਜਾਣ ਤਾਂ ਕਿਹੜੇ ਰਿਲੇਸ਼ਨ ਕਹਿੰਦੇ ਆ ਉਹਨਾਂ ਨੂੰ ਆਪਾਂ ਇਕੁਵਲੈਂਸ ਰਿਲੇਸ਼ਨ। ਇਸ ਕਰਕੇ ਇਹਦਾ ਆਨਸਰ ਕੀ ਆ ਆਪਣੇ ਲਵੇ ਇਕੁਵਲੈਂਸ ਰਿਲੇਸ਼ਨ। ਓਕੇ, ਹੁਣ ਨੈਕਸਟ ਕੁਐਸਚਨ ਹੈ ਇਫ ਏ ਇਜ਼ ਇਕੁਅਲ ਟੂ 1 2 3 ਐਂਡ ਨੰਬਰ ਆਫ ਇਕੁਵਲੈਂਸ ਰਿਲੇਸ਼ਨ ਕੰਟੇਨਿੰਗ 1 2 ਇਜ਼। ਹੁਣ ਇਹਦੇ ਵਿੱਚ ਦੇਖੋ ਇਹ ਥੋੜ੍ਹਾ ਟਿਪੀਕਲ ਸਮਾਂ ਏ ਸੈੱਟ ਗਿਵਨ ਹੈ, ਕਹਿੰਦੇ ਨੰਬਰ ਆਫ ਇਕੁਵਲੈਂਸ ਰਿਲੇਸ਼ਨ ਦੱਸਣੇ ਆ ਜਿਹ 'ਚ 1 2 ਕੰਟੇਨ ਕਰਦਾ ਹੋਵੇ। ਦੇਖੋ ਹੁਣ ਇਹਨੂੰ ਸਮੋਲੈਸਟ ਇਕੁਵਲੈਂਸ ਰਿਲੇਸ਼ਨ, ਪਹਿਲਾਂ ਸਭ ਤੋਂ ਪਹਿਲਾਂ ਇਕੁਵਲੈਂਸ ਰਿਲੇਸ਼ਨ ਬਣਾਉਣਾ ਹੈ। ਇਕੁਵਲੈਂਸ ਰਿਲੇਸ਼ਨ ਜਿਹੜਾ ਸਿਮੈਟ੍ਰਿਕ ਵੀ ਹੋਵੇ, ਟ੍ਰਾਂਜ਼ਿਟਿਵ ਵੀ ਹੋਵੇ ਅਤੇ ਰਿਫਲੈਕਸਿਵ ਵੀ ਹੋਵੇ। 1 1 2 2 3 3 1 2 2 1 ਆਪਾਂ ਸਾਰੇ ਪੋਸੀਬਲ ਕੇਸ ਲੈ ਲਏ। ਦੇਖ ਚੈੱਕ ਕਰ ਸਕਦੇ ਹੋ ਤੁਸੀਂ, ਰਿਫਲੈਕਸਿਵ ਵੀ ਹੈ, ਸਾਰੇ ਡਬਲੈਟ ਵੀ ਲਾਈ ਕਰਦੇ ਆ ਅਤੇ ਸਿਮੈਟ੍ਰਿਕ ਵੀ ਹੈ। 1 2 ਹੈ ਤਾਂ 2 1 ਵੀ ਪ੍ਰੈਜੈਂਟ ਹੈ, 3 3 ਸਾਰਾ ਕੁਛ ਲਾਈ ਕਰਦਾ, ਟ੍ਰਾਂਜ਼ਿਟਿਵ ਵੀ ਹੈਗਾ ਇਹ। ਠੀਕ ਹੈ, ਟੂ ਗੈਟ ਅਨਦਰ ਰਿਲੇਸ਼ਨ ਵਿਚ ਇਜ਼ ਇਕੁਵਲੈਂਸ ਕੈਨ ਬੀ ਡਨ ਐਡਿੰਗ ਦਾ ਰਿਮੇਨਿੰਗ ਪੇਅਰਸ ਟੂ ਗੈਟ ਦਾ ਯੂਨੀਵਰਸਲ ਰਿਲੇਸ਼ਨ। ਇਹਨੂੰ ਆਪਾਂ ਨੂੰ ਬਣਾਉਣ ਲਈ ਕੀ ਕਰਨੇ ਪੈਣਗੇ, ਆਹ ਰਿਲੇਸ਼ਨ ਵਿੱਚ ਐਡ ਕਰਨੇ ਪੈਣਗੇ। ਦਿਸ ਸ਼ੋਜ਼ ਕਰੈਕਟ ਦੇਅਰ ਆਰ ਓਨਲੀ 2 ਇਕੁਵਲੈਂਸ ਰਿਲੇਸ਼ਨ ਕੰਟੇਨਿੰਗ 1 2 1 2 ਇਕੁਵਲੈਂਸ ਰਿਲੇਸ਼ਨ ਕਿੰਨੇ ਨੇ 2 ਨੇ। ਇਸ ਕਰਕੇ ਇਹਦਾ ਆਨਸਰ ਕਿੰਨਾ ਆਊਗਾ ਆਪਣੇ ਲਵੇ ਬੀ। ਨਾਓ ਨੈਕਸਟ ਕੁਐਸਚਨ, ਰਿਲੇਸ਼ਨ ਆਰ ਇਜ਼ ਡਿਫਾਈਨਡ ਇਨ ਦਾ ਸੈਟ ਆਫ ਇੰਟੀਜਰਸ ਆਈ ਐਜ਼ ਫੋਲੋਜ਼। ਐਕਸ ਵਾਈ ਬਿਲੋਂਗ ਕਿਹਨੂੰ ਕਰ ਰਿਹਾ, ਰਿਲੇਸ਼ਨ ਨੂੰ ਬਿਲੋਂਗ ਕਰ ਗਿਆ। ਐਕਸ ਸਕੁਅਰ ਪਲੱਸ ਵਾਈ ਸਕੁਅਰ ਇਕੁਅਲ ਟੂ 9 ਵਿਚ ਆਫ ਦਾ ਫੋਲੋਇੰਗ ਇਜ਼ ਫੋਲਸ। ਇਹ 'ਚ ਆਪਾਂ ਦੱਸਣਾ ਹੈ ਕਿਹੜਾ ਫੋਲਸ ਹੈ ਇਹਨਾਂ ਵਿੱਚੋਂ। ਹੁਣ ਦੇਖੋ ਇਹਦੇ ਵਿੱਚ ਇੱਕ ਤਾਂ ਦੇ ਰੱਖਿਆ ਆਪਾਂ ਨੂੰ ਆਰ ਰਿਲੇਸ਼ਨ ਦੇ ਰੱਖਿਆ, ਇੱਕ ਡੋਮੇਨ, ਇੱਕ ਰੇਂਜ। ਹੁਣ ਦੇਖੋ ਇਹਨੂੰ ਕਿਵੇਂ ਸੋਲਵ ਕਰਾਂਗੇ ਆਪਾਂ। ਸਭ ਤੋਂ ਪਹਿਲਾਂ ਦੇਖ ਹੁਣ ਇਹਨੂੰ ਐਂ ਲਿਖ ਸਕਦੇ ਹਾਂ ਆਪਾਂ ਐਕਸ ਸਕੁਅਰ ਪਲੱਸ ਵਾਈ ਸਕੁਅਰ ਇਕੁਅਲ ਟੂ 9। ਐਕਸ ਦੀ ਵੈਲਿਊ ਕੱਢ ਲਈ ਇਹਦੇ ਵਿੱਚ ਆਪਾਂ। ਹੁਣ ਇਹ 'ਚੋਂ ਆਰ ਵੈਲਿਊਜ਼ ਪੁੱਟ ਕਰਕੇ ਦੇਖ ਲਈਆਂ। ਦੇਖੋ ਹੁਣ ਜੇ ਇਹਦੇ ਵਿੱਚ 0 ਪੁੱਟ ਕਰਦੇ ਹਾਂ ਐਕਸ ਦੀ ਵੈਲਿਊ ਤਾਂ 3 ਆ ਜੂ, ਵਾਈ ਦੀ ਵੈਲਿਊ 0 -3 3। ਠੀਕ ਹੈ, ਹੁਣ ਇਹਦੀ ਡੋਮੇਨ ਕੀ ਆ ਗਈ ਆਪਣੇ ਲਵੇ, ਡੋਮੇਨ ਆ ਗਈ -3 0 ਅਤੇ 3। ਇਹ ਕੀ ਆਪਣੇ ਲਵੇ ਡੋਮੇਨ, ਉਹੀ ਚੀਜ਼ ਹੈ ਇਨਪੁੱਟ ਹੈ। ਡੋਮੇਨ ਕਿਹੜੀ -3 3 ਅਤੇ 0 ਰਿਪੀਟ ਕਰ ਨਹੀਂ ਸਕਦੇ ਇਸ ਲਈ ਡੋਮੇਨ। ਅਤੇ ਰੇਂਜ ਕਿਹੜੀ ਕਿਹੜੀ ਆ ਗਈ 3 -3 ਅਤੇ 0। ਇਹ ਕੀ ਆ ਗਿਆ ਆਪਣੇ ਡੋਮੇਨ ਰੇਂਜ ਆ ਗਈਆਂ। ਠੀਕ ਹੈ, ਇਹਦੇ ਵਿੱਚ ਆਪਾਂ ਨੂੰ ਉਹ 'ਚ ਕੀ ਦਿੱਤਾ ਹੋਇਆ ਸੀ ਕੁਐਸਚਨ 'ਚ ਡੋਮੇਨ ਰੇਂਜ, ਮਤਲਬ ਇਹ ਤਾਂ ਸਹੀ ਹੈ ਆਪਣਾ। ਠੀਕ ਹੈ, ਆਹ ਰਿਲੇਸ਼ਨ ਦਿੱਤਾ ਹੋਇਆ ਸੀ ਇਹ ਵੀ ਸਹੀ ਹੈ, ਮਤਲਬ ਸਾਰਾ ਕੁਛ ਸਹੀ ਹੈ। ਇਹ 'ਚ ਕੀ ਆਨਸਰ ਆ ਜੂ ਆਪਣਾ, ਸੋਰੀ ਇਹ 'ਚ ਆਨਸਰ ਗਲਤ ਲੱਗਿਆ ਹੋਇਆ, ਇਹਦਾ ਆਨਸਰ ਆਊਗਾ ਡੀ। ਡੀ ਆਨਸਰ ਆਊਗਾ ਇਹਦਾ, ਡੀ ਆਨਸਰ ਆਊਗਾ ਜੀ, ਸੋਰੀ ਸੀ ਨਹੀਂ ਆਉਂਦਾ, ਸੀ ਗਲਤ। Next question is consider the non-empty set consisting of children in a family and a relation are defined A relates to B if A is brother of B then R is। ਹੁਣ ਇਹਦੇ ਵਿੱਚ ਕੀ ਤਾਂ ਰਿਲੇਸ਼ਨ ਦਿੱਤਾ ਹੋਇਆ, ਕਹਿੰਦੇ A relate B ਨਾਲ ਕਿਵੇਂ ਕਰਦਾ ਹੈ if A is brother of B। ਹੁਣ ਉਹੀ ਦੱਸਣਾ ਬਸ ਸਿਮੈਟ੍ਰਿਕ ਟ੍ਰਾਂਜ਼ਿਟਿਵ। ਹੁਣ ਦੇਖੋ A relates, ਸਭ ਤੋਂ ਪਹਿਲਾਂ ਰਿਫਲੈਕਸਿਵ 'ਚ A relates to A, A is brother of A। ਕੋਈ ਆਪਣੇ ਆਪ ਦਾ ਬ੍ਰਦਰ ਹੋ ਸਕਦਾ ਨਹੀਂ, ਮਤਲਬ ਇਹ ਕੀ ਹੈ ਰਿਫਲੈਕਸਿਵ ਨਹੀਂ ਹੈਗਾ। ਹੁਣ ਨੈਕਸਟ ਵਨ ਆ ਜਾਓ ਸਿਮੈਟ੍ਰਿਕ ਦਾ। ਮੰਨ ਲਓ A ਰਿਲੇਟਸ ਟੂ B, ਮਤਲਬ A ਇਜ਼ ਬ੍ਰਦਰ ਆਫ B ਅਤੇ B ਰਿਲੇਟਸ ਟੂ A, B ਇਜ਼ ਬ੍ਰਦਰ ਆਫ A। ਇਹ ਕੋਈ ਜ਼ਰੂਰੀ ਤਾਂ ਨਹੀਂ, B ਸਿਸਟਰ ਵੀ ਹੋ ਸਕਦੀ ਹੈ। A ਕਹਿੰਦੇ A ਇਜ਼ ਬ੍ਰਦਰ ਆਫ B, B ਸਿਸਟਰ ਵੀ ਹੋ ਸਕਦਾ, ਬ੍ਰਦਰ ਵੀ ਹੋ ਸਕਦਾ। ਇਸ ਕਰਕੇ ਇਹ ਕੀ ਹੈ, ਇਹ ਵੀ ਸਿਮੈਟ੍ਰਿਕ ਆਪਣਾ ਐਗਜ਼ਿਸਟ ਨਹੀਂ ਕਰਦਾ। ਹੁਣ ਦੇਖੋ ਦੋ ਤਾਂ ਆਪਾਂ ਗਲਤ ਪ੍ਰੂਵ ਕਰਤੇ, ਨਾ ਹੀ ਇਹ ਸਿਮੈਟ੍ਰਿਕ ਹੈ ਨਾ ਹੀ ਇਹ ਰਿਫਲੈਕਸਿਵ ਹੈ। ਮਤਲਬ ਆਪਣੇ ਲਵੇ 2 ਓਪਸ਼ਨ ਕੱਟ ਗਏ, ਇੱਕ ਤਾਂ ਆ ਕੇ ਇਹ ਕੈਂਸਲ ਹੋ ਗਿਆ ਆਪਣੇ ਲਵੇ, ਇੱਕ ਇਹ ਕੈਂਸਲ ਹੋ ਗਿਆ। ਹੁਣ ਆਪਾਂ B ਅਤੇ C ਵਿੱਚੋਂ ਦੇਖਣਾ ਕਿਹੜਾ ਰਿਲੇਸ਼ਨ ਟਰੂ ਹੈ। ਹੁਣ ਆਪਾਂ ਟ੍ਰਾਂਜ਼ਿਟਿਵ ਚੈੱਕ ਕਰਦੇ ਹਾਂ। ਟ੍ਰਾਂਜ਼ਿਟਿਵ 'ਚ ਕੀ ਹੁੰਦਾ ਸੀ, ਮੰਨ ਲਓ A ਰਿਲੇਟਸ ਟੂ B ਅਤੇ B ਰਿਲੇਟਸ ਟੂ C, ਮਤਲਬ A ਇਜ਼ ਬ੍ਰਦਰ ਆਫ B ਅਤੇ B ਇਜ਼ ਬ੍ਰਦਰ ਆਫ C, ਤਾਂ ਓਬਵੀਅਸ ਹੈ A ਇਜ਼ ਆਲਸੋ ਬ੍ਰਦਰ ਆਫ C, ਮਤਲਬ ਇਹ ਟ੍ਰਾਂਜ਼ਿਟਿਵ ਕੀ ਹੋ ਗਿਆ। ਇਸ ਕਰਕੇ ਇਹ 'ਚੋਂ ਆਨਸਰ ਕਿੰਨਾ ਆ ਗਿਆ ਆਪਣਾ B। ਦੇਖ ਸਕਦੇ ਹੋ ਤੁਸੀਂ ਇਹ 'ਚੋਂ B ਆਨਸਰ ਆ ਗਿਆ ਟ੍ਰਾਂਜ਼ਿਟਿਵ ਬਟ ਨੋਟ
ਸਿਮੈਟ੍ਰਿਕ। ਓਕੇ ਚਲੋ ਅੱਜ ਦਾ ਸੈਸ਼ਨ ਆਪਣਾ ਖਤਮ ਹੋਇਆ। ਕੱਲ੍ਹ ਨੂੰ ਆਪਾਂ ਕੰਟੀਨਿਊ ਕਰਾਂਗੇ ਫਿਰ ਇਹਦਾ ਥਰਡ ਪਾਰਟ। ਕੱਲ੍ਹ ਨੂੰ ਆਪਾਂ ਸਾਰਾ ਫੰਕਸ਼ਨ ਸੋਲਵ ਕਰਾਂਗੇ ਅਤੇ MCQ ਵੀ। ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰਿਓ ਮੇਰੇ ਚੈਨਲ GK ਪਾਠਸ਼ਾਲਾ। ਅਤੇ ਕੋਈ ਸੁਝਾਅ ਵੀ ਦੇ ਸਕਦੇ ਹੋ ਉਹਦਾ ਮੈਂ ਕਿਵੇਂ ਵੀਡੀਓ ਵਧੀਆ ਬਣਾ ਸਕਦਾ ਅਤੇ ਕਿਵੇਂ ਲੱਗ ਰਹੀਆਂ ਨੇ ਤੁਹਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਓਕੇ ਥੈਂਕ ਯੂ ਗਾਈਸ।